ਪਦ ਪੰਕਜ ਬੰਦਨ ਪਗ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਨਿਤ ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੁ ਤਰਾ ਤਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਹੁੰਚੇ ਆਨ ਪਹੋਏ ਥਾਨਾ। ਜਹਾਂ ਸਰਸਤੀ ਪੁੰਨ ਮਹਾਨਾ। ਨਾਨਾ ਘਾਟ ਰਿਖਣ ਤਪ ਤਪੈ। ਬਰਖ ਹਜ਼ਾरों ਜਾਪਣ ਜਪੈ। ਪਹੁੰਚੇ ਆਨ ਪਹੋਏ ਥਾਨ। ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਅੰਦਰ ਸੁਭਾਏਮਾਨ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਿਨਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ਼ਹੀਦਗੰਜ ਵਿਖੇ ਨਤਮਸਤਕ ਹੋ ਰਹੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਵਡਭਾਗੇ ਹਾਂ ਰੋਜ਼ਾਨਾ ਗੁਰੂ ਦੀ ਹਜ਼ੂਰੀ ਅੰਦਰ ਨਤਮਸਤਕ ਹੋ ਕੇ ਹਾਜ਼ਰੀਆਂ ਲਵਾ ਰਹੇ ਹਾਂ। ਇਲਾਹੀ ਸ਼ਬਦ ਕੀਰਤਨ ਦੇ ਨਾਲ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਚਿੱਤ ਕਰਦੇ ਹਾਂ। ਗੁਰੂ ਸਾਹਿਬ ਨੇ ਅਪਾਰ ਕਿਰਪਾ ਕੀਤੀ ਹੈ। ਰੋਜ਼ਾਨਾ ਦੀ ਤਰ੍ਹਾਂ ਜੋ ਇਤਿਹਾਸ ਦੀ ਵਿਚਾਰ ਹੈ, ਲੜੀਵਾਰ ਇਤਿਹਾਸ ਜੋ ਅਸੀਂ ਸਰਵਣ ਕਰ ਰਹੇ ਹਾਂ, ਉਸ ਇਤਿਹਾਸ ਦੇ ਵਿੱਚੋਂ ਅਗਲੇਰਾ ਇਤਿਹਾਸ ਅਸੀਂ ਅੱਜ ਸਰਵਣ ਕਰਨਾ ਹੈ। ਗੁਰੂ ਸਾਹਿਬ ਕਿਰਪਾ ਕਰਨ, ਅਸੀਂ ਕਲਯੁਗੀ ਜੀਵ ਹਾਂ, ਖਿਨ ਖਿਨ ਭੁੱਲਣਹਾਰ ਹਾਂ।
ਬਖਸ਼ਣਹਾਰ ਦਾਤਾ ਸਤਿਗੁਰੂ ਆਪਣੇ ਚਰਨਾਂ ਦੇ ਨਾਲ ਪ੍ਰੀਤੀ ਬਖਸ਼ ਕੇ ਆਪਣੇ ਅੱਜ ਦੇ ਇਸ ਪਾਵਨ ਇਤਿਹਾਸ ਦੀ ਵਿਚਾਰ ਆਪ ਕਰਵਾ ਲਵੇ। ਬੜੇ ਅਦਬ ਸਤਿਕਾਰ ਦੇ ਨਾਲ ਸਾਰੀ ਸੰਗਤ ਝੁਕਾਓ ਸੀਸ, ਗੁਰੂ ਸਾਹਿਬ ਦੇ ਕੋਲੋਂ ਆਗਿਆ ਪ੍ਰਾਪਤ ਕਰੀਏ, ਇਤਿਹਾਸ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਹੁੰਚੇ ਆਨਪ ਹੋਏ ਥਨ ਥਾਨ। ਕੱਲ੍ਹ ਦੇ ਦੀਵਾਨਾਂ ਵਿੱਚ ਅਸੀਂ ਸਰਵਣ ਕੀਤਾ ਸੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਆਪਣੇ ਪਾਵਨ ਅਸਥਾਨ ਗੋਇੰਦਵਾਲ ਸਾਹਿਬ ਦੀ ਧਰਤੀ ਤੋਂ ਸੰਗਤਾਂ ਸਮੇਤ ਮਨੁੱਖਤਾ ਦੇ ਕਲਿਆਣ ਹਿੱਤ ਤੀਰਥ ਅਸਥਾਨਾਂ ਦੇ ਉੱਤੇ ਯਾਤਰਾ ਵਾਸਤੇ ਨਿਕਲੇ ਨੇ। ਵੱਖ-ਵੱਖ ਤੀਰਥ ਸਥਾਨਾਂ 'ਤੇ ਜਾ ਕੇ ਜਿੱਥੇ-ਜਿੱਥੇ ਵੀ ਲੋਕ ਜੁੜਦੇ ਸਨ, ਜਿੱਥੇ-ਜਿੱਥੇ ਵੀ ਲੋਕਾਂ ਦੀ ਮਨਸਾ ਸੀ ਕਿ ਇਹ ਪਵਿੱਤਰ ਅਸਥਾਨ ਨੇ, ਉਹਨਾਂ ਅਸਥਾਨਾਂ ਦੀ ਯਾਤਰਾ ਆਰੰਭ ਕੀਤੀ। ਗੋਇੰਦਵਾਲ ਸਾਹਿਬ ਤੋਂ ਚੱਲ ਕੇ ਮੇਰੇ ਪਾਤਸ਼ਾਹ ਜੀ ਵੱਖ-ਵੱਖ ਨਗਰਾਂ ਦੇ ਵਿੱਚੋਂ ਹੁੰਦਿਆਂ ਹੋਇਆਂ ਜੋ ਅੱਜ ਦਾ ਇਤਿਹਾਸ ਹੈ ਕਿ ਸਤਿਗੁਰੂ ਜੀ ਪਹੋਏ ਨਗਰ ਵਿੱਚ ਪਹੁੰਚੇ ਨੇ। ਇਹ ਨਗਰ ਅੰਬਾਲੇ ਦੇ ਕੋਲ ਹੈ ਜੀ, ਜਿੱਥੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਸਿੱਖ ਸੰਗਤਾਂ ਸਮੇਤ ਪਹੁੰਚ ਚੁੱਕੇ ਹਨ ਜੀ। ਜਹਾਂ ਸਰਸਤੀ ਪੁੰਨ ਮਹਾਨ। ਇੱਥੇ ਜ਼ਰੂਰੀ ਬੇਨਤੀ ਇਹ ਹੈ ਕਿ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਆਪ ਤੀਰਥ ਸਥਾਨਾਂ 'ਤੇ ਚੱਲੇ ਨੇ ਤੇ ਥੋੜ੍ਹਾ ਜਿਹਾ ਇਤਿਹਾਸ ਵਾਚ ਲਈਏ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਗੁਰੂ ਕਾਲ ਤੋਂ ਪਹਿਲਾਂ, ਜਦੋਂ ਅਜੇ ਗੁਰਤਾ ਗੱਦੀ 'ਤੇ ਨਹੀਂ ਸਨ ਬੈਠੇ, ਅਜੇ ਅਮਰਦਾਸ ਰੂਪ ਵਿੱਚ ਹੀ ਵਿਚਰ ਰਹੇ ਸਨ ਤੇ ਉਸ ਸਮੇਂ ਮੇਰੇ ਪਾਤਸ਼ਾਹ ਜੀ ਨੇ ਤੀਰਥ ਇਸ਼ਨਾਨਾਂ 'ਤੇ ਜਾ ਕੇ ਇਸ਼ਨਾਨ ਆਦਿਕ ਵੀ ਕੀਤੇ, ਪੁੰਨ ਦਾਨ ਵੀ ਕੀਤੇ। ਪਰ ਜਿਹੜੀ ਘਟਨਾ ਸੀ ਵੀ ਗੁਰੂ ਕੋਈ ਨਹੀਂ, ਇਹ ਨਿਥਾਵਾਂ ਹੈ ਤੇ ਨਿਥਾਵੇਂ ਨੂੰ ਥਾਂ ਕੋਈ ਨਹੀਂ ਮਿਲਦੀ। ਉਸ ਸਮੇਂ ਫਿਰ ਗੁਰੂ ਲੱਭਾ, ਪਰ ਗੁਰੂ ਕਾਲ ਤੋਂ ਪਹਿਲਾਂ ਇਹਨਾਂ ਤੀਰਥ ਸਥਾਨਾਂ 'ਤੇ ਜਾ ਕੇ ਇਸ਼ਨਾਨ ਵੀ ਕੀਤੇ ਤੇ ਪੁੰਨ ਦਾਨ ਵੀ ਕੀਤੇ। ਉਹ ਸਮਾਂ ਅਲੱਗ ਸੀ, ਪਰ ਹੁਣ ਉਹ ਸਮਾਂ ਸੀ ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਨਿਰੰਕਾਰੀ ਜੋਤ ਗੁਰਤਾ ਗੱਦੀ 'ਤੇ ਬੈਠ ਕੇ ਤੀਸਰੇ ਪਾਤਸ਼ਾਹ ਕਹਿਲਾਏ। ਹੁਣ ਗੁਰੂ ਰੂਪ ਵਿੱਚ ਪਹਿਲਾਂ ਇਸ਼ਨਾਨ ਤੇ ਪੁੰਨ ਦਾਨ ਕਰਨ ਜਾਂਦੇ ਸਨ, ਹੁਣ ਜਾ ਰਹੇ ਨੇ ਮਨੁੱਖਤਾ ਦੇ ਕਲਿਆਣ ਹਿੱਤ। ਕਿਉਂਕਿ ਆਪਣੇ ਪਹਿਲੀ ਉਮਰ ਵਿੱਚ ਦੇਖ ਲਿਆ ਹੈ ਕਿ ਅਸੀਂ ਕਿੰਨੇ ਕਰਮ ਕਾਂਡ ਕਰਦੇ ਹਾਂ, ਕਿੰਨੇ ਅਸੀਂ ਪਖੰਡ ਜਿਹੜੇ ਨੇ ਉਹ ਕੀਤੇ ਨੇ। ਹੁਣ ਮਨੁੱਖਤਾ ਦੇ ਕਲਿਆਣ ਵਾਸਤੇ ਮੇਰੇ ਸਤਿਗੁਰੂ ਜੀ ਨਿਕਲੇ ਨੇ ਤੇ ਪਹੋਏ ਨਗਰ ਵਿੱਚ ਪਹੁੰਚੇ ਨੇ। ਇਹ ਸਥਾਨ ਅੰਬਾਲੇ ਦੇ ਕੋਲ ਹੈ, ਜਿੱਥੇ ਸਰਸਵਤੀ ਨਦੀ ਜਿਹੜੀ ਹੈ ਉਹ ਮੌਜੂਦ ਹੈ, ਜਿਹਨੂੰ ਬੜੀ ਮਹਾਨਤਾ ਮਿਲਦੀ ਹੈ ਜੀ। ਨਾਨਾ ਘਾਟ ਰਿਖਣ ਤਪ ਤਪੇ। ਜਿੱਥੇ ਅਨੇਕਾਂ ਹੀ ਰਿਖੀਆਂ ਨੇ ਆਣ ਕੇ ਤਪ ਸਾਧੇ। ਇੱਥੇ ਇਹ ਜਿਹੜਾ ਅਸਥਾਨ ਹੈ, ਇਸ ਅਸਥਾਨ ਨੂੰ ਪਾਵਨ ਅਸਥਾਨ ਮੰਨਿਆ ਗਿਆ। ਇੱਥੇ ਤਪੀ ਤਪ ਸਾਧਦੇ ਨੇ, ਰਖੀਆਂ ਮੁਨੀਆਂ ਨੇ ਇਸ਼ਨਾਨ ਕੀਤੇ ਨੇ, ਤਪ ਸਾਧ ਕੇ ਘਾਲਣਾ ਘਾਲ ਕੇ ਤੇ ਬੜੇ ਬੜੇ ਵੱਡੇ ਰੁਤਬੇ ਪ੍ਰਾਪਤ ਕੀਤੇ ਨੇ। ਇਹ ਉਹ ਪਾਵਨ ਅਸਥਾਨ ਹੈ ਜੀ। ਬਰਖ ਹਜ਼ਾਰਾਂ ਨ ਜਾਪਣ ਜਪੇ। ਜਿਨ੍ਹਾਂ ਨੇ ਹਜ਼ਾਰਾਂ ਹਜ਼ਾਰਾਂ ਸਾਲ ਜਿਹੜਾ ਵਾ ਉਹ ਤਪ ਸਾਧ ਕੇ ਤੇ ਉਸ ਨਿਰੰਕਾਰ ਨੂੰ ਆਰਾਧਿਆ।
ਆਰਾਧਨ ਦੇ ਵੀ ਬੜੇ ਤਰੀਕੇ ਨੇ। ਹਰ ਕੋਈ ਆਪਣੇ ਆਪਣੇ ਤਰੀਕੇ ਨਾਲ ਆਰਾਧਦਾ ਏ। ਕੋਈ ਤਪ ਸਾਧ ਕੇ, ਕੋਈ ਤਨ ਉੱਤੇ ਭਸਮ ਲਗਾ ਕੇ, ਜਿਸ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਕਾਰਦੀ ਹੈ। ਗੁਰੂ ਸਾਹਿਬ ਆਖਦੇ ਨੇ ਕਿ ਭਾਈ, ਜੇ ਉਸ ਨਿਰੰਕਾਰ ਦਾ ਨਾਮ ਜਪਣਾ ਹੈ ਨਾ, ਤੇ ਇਹਨਾਂ ਪਖੰਡਾਂ ਦੀ ਲੋੜ ਨਹੀਂ। ਤਨ ਉੱਤੇ ਭਸਮ ਲਗਾਉਣ ਦੀ ਜਾਂ ਤੀਰਥ ਇਸ਼ਨਾਨਾਂ ਤੇ ਜਾ ਕੇ ਇਸ਼ਨਾਨ ਕਰਕੇ ਇਹ ਸਮਝ ਲੈਣਾ ਕਿ ਸਾਰੇ ਪੁੰਨ ਮਿਲ ਗਏ ਤੇ ਪਾਪ ਮਿਟ ਗਏ। ਕੁਝ ਪਾਵਨ ਸਥਾਨਾਂ ਨੂੰ ਤਰਜੀਹ ਦੇ ਦੇਣੀ। ਖੈਰ, ਮੈਂ ਇਸ ਪਾਸੇ ਵੱਲ ਨਾ ਜਾਵਾਂ। ਭਾਈ ਸਾਹਿਬ ਲਿਖਦੇ ਨੇ ਕਿ ਇਹਨਾਂ ਸਥਾਨਾਂ ਦੇ ਉੱਤੇ ਹਜ਼ਾਰਾਂ ਹੀ ਜਿਹੜੇ ਨੇ ਰਿਸ਼ੀ ਮੁਨੀ ਆਣ ਕੇ ਬੈਠਦੇ ਨੇ ਤੇ ਹਜ਼ਾਰਾਂ ਹਜ਼ਾਰਾਂ ਸਾਲ ਇਸ ਸਥਾਨ ਦੇ ਉੱਤੇ ਜਿਹੜਾ ਵਾ ਉਹ ਤਪ ਸਾਧ ਕੇ ਉਸ ਨਿਰੰਕਾਰ ਦਾ ਜਾਪ ਜਪਣ ਕੀਤਾ ਹੈ ਜੀ। ਬ੍ਰਹਮ ਲੋਕ ਪ੍ਰਾਪਤ ਹੋਏ। ਜਿਹੜੇ ਨਾਮ ਜਪ ਜਪ ਕੇ ਤੇ ਉਸ ਪ੍ਰਮਾਤਮਾ ਨੂੰ ਬ੍ਰਹਮ ਲੋਕ ਕੋ ਪ੍ਰਾਪਤ ਹੋਏ, ਜਿਨ੍ਹਾਂ ਨੇ ਉਸ ਬ੍ਰਹਮ ਲੋਕ ਨੂੰ ਪ੍ਰਾਪਤ ਕਰ ਲਿਆ, ਭਾਵ ਪ੍ਰਮਾਤਮਾ ਨੂੰ, ਨਿਰੰਕਾਰ ਨੂੰ। ਇਹ ਉਹ ਪਾਵਨ ਸਥਾਨ ਹੈ ਜਿੱਥੇ ਬੈਠ ਕੇ ਇਹ ਰਿਸ਼ੀ ਮੁਨੀ ਆਣ ਕੇ ਤਪ ਸਾਧਦੇ ਹਨ ਜੀ। ਜਨਮ ਮਰਨ ਕੇ ਸੰਕਟ ਖੋਏ। ਜਿਨ੍ਹਾਂ ਨੇ ਆਪਣੇ ਜਨਮ ਤੇ ਮਰਨ ਦੇ ਜਿਹੜੇ ਨੇ ਉਹ ਗੇੜ ਖਤਮ ਕਰ ਲਏ ਹਨ ਜੀ। ਸਤਿਗੁਰ ਕੀਨਸ ਡੇਰਾ ਸਤਹਾਂ ਸਤਿਗੁਰ ਕੀਨਸ ਡੇਰਾ। ਤੇ ਇੱਥੇ ਆਣ ਕੇ ਫਿਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਆਪਣਾ ਡੇਰਾ ਕਰਦੇ ਨੇ, ਜਿੱਥੇ ਰਿਖੀਆਂ ਮੁਨੀਆਂ ਨੇ ਤਪ ਸਾਧਿਆ ਨਾ। ਮੈਂ ਫਿਰ ਬੇਨਤੀ ਕਰਾਂ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਤੀਰਥ ਇਸ਼ਨਾਨਾਂ ਤੇ ਗਏ ਨੇ। ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਤੁਖਾਰੀ ਰਾਗ ਦੇ ਅੰਦਰ ਇੱਕ ਪਾਵਨ ਸ਼ਬਦ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਤੀਰਥ ਉਦਮ ਸਤਿਗੁਰ ਕੀਆ, ਸਭ ਲੋਕ ਉਦਰਨ ਅਰਥਾ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਤੀਰਥ ਇਸ਼ਨਾਨਾਂ ਤੇ ਜਾ ਕੇ ਕੀ ਕੀਤਾ? ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਵਿੱਚ ਆਖਦੇ ਨੇ ਕਿ ਜਾ ਕੇ ਲੋਕਾਂ ਦਾ ਉਧਾਰ ਕੀਤਾ। ਕਿ ਭਲਿਓ, ਕੇਵਲ ਇਹੀ ਮਨ ਵਿੱਚ ਨਾ ਸਾਧੀ ਜਾਇਓ ਕਿ ਅਸੀਂ ਤਪ ਸਾਧ ਲਏ, ਆਪਣੇ ਸਰੀਰਾਂ ਨੂੰ ਕਸ਼ਟ ਦੇ ਲਿਆ, ਗਰਮ ਰੁੱਤੇ ਠੰਡੇ ਪਾਣੀ ਵਿੱਚ ਨਹਾਤਾ ਤੇ ਸਰਦੀ ਰੁੱਤੇ ਐਨ ਸੀਤ ਪਾਣੀ ਵਿੱਚ ਤੇ ਗਰਮ ਰੁੱਤੇ ਜਿਹੜਾ ਵਾ ਉਹ ਗਰਮ ਪਾਣੀ ਵਿੱਚ ਇਸ਼ਨਾਨ ਕੀਤਾ। ਇਹੀ ਮਤ ਸਮਝਿਓ ਕਿ ਅਸੀਂ ਆਪਣੇ ਤਨ ਨੂੰ ਕਸ਼ਟ ਦਿੱਤਾ ਏ ਤੇ ਇਹਦੇ ਨਾਲ ਜਿਹੜਾ ਵਾ ਉਹ ਸਾਡਾ ਉਧਾਰ ਹੋ ਜਾਵੇਗਾ। ਭਾਈ ਗੁਰੂ ਸਾਹਿਬ ਕਹਿੰਦੇ ਨਹੀਂ, ਇਸ ਸੰਸਾਰ ਦੇ ਉੱਤੇ ਅਸਲ ਵਿੱਚ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਪਰਮਾਤਮਾ ਦਾ ਨਾਮ ਹੀ ਅਸਲ ਵਿੱਚ ਤੀਰਥ ਹੈ। ਜਿਹਨੇ ਜਪ ਲਿਆ ਉਹਦਾ ਭਲਾ ਹੋ ਗਿਆ, ਜਿਹਨੇ ਉਸ ਨਿਰੰਕਾਰ ਦੇ ਨਾਮ ਨੂੰ ਸਿਮਰ ਲਿਆ ਉਹਦਾ ਉਧਾਰ ਹੋ ਗਿਆ। ਹੁਣ ਸਤਿਗੁਰੂ ਜੀ ਇਸ ਪਾਵਨ ਭੋਏ ਨਗਰ ਦੇ ਵਿੱਚ ਪਹੁੰਚ ਗਏ ਨੇ ਤੇ ਆਣ ਕੇ ਇੱਥੇ ਡੇਰਾ ਕਰ ਲਿਆ ਹੈ ਜੀ। ਸੰਗ ਸੰਗਤਾਂ ਮੇਲ ਕਨੇਰਾ। ਆਪਣੇ ਨਾਲ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਅਨੇਕਾਂ ਸੰਗਤਾਂ ਲੈ ਕੇ ਆਏ ਨੇ, ਕਿਉਂਕਿ ਸੰਗਤਾਂ ਦਾ ਅਥਾਹ ਪਿਆਰ ਹੈ। ਗੋਇੰਦਵਾਲ ਸਾਹਿਬ ਦੀ ਧਰਤੀ ਤੋਂ ਚੱਲੇ ਨੇ, ਵੱਖ-ਵੱਖ ਸਥਾਨਾਂ ਤੋਂ ਹੁੰਦੇ ਹੋਏ, ਨਗਰਾਂ ਦੇ ਵਿੱਚੋਂ ਨਿਕਲਦੇ ਹੋਏ, ਤੇ ਜਿੱਥੇ ਜਿੱਥੇ ਵੀ ਸਿੱਖ ਸੰਗਤ ਮਿਲੀ ਹੈ, ਸਾਰੀਆਂ ਸਿੱਖ ਸੰਗਤਾਂ ਨੇ ਬੜੇ ਪਿਆਰ ਦੇ ਨਾਲ, ਸਤਿਕਾਰ ਦੇ ਨਾਲ ਗੁਰੂ ਸਾਹਿਬ ਦਾ ਆਦਰ ਕੀਤਾ ਤੇ ਫਿਰ ਗੁਰੂ ਸਾਹਿਬ ਦੇ ਨਾਲ ਆਪ ਚੱਲ ਪਏ ਨੇ। ਤੇ ਇਸ ਕਰਕੇ ਭਾਈ ਸਾਹਿਬ ਲਿਖਦੇ ਨੇ ਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਨਾਲ ਸੰਗ ਸੰਗਤਾਂ ਮੇਲ ਘਨੇਰਾ, ਅਨੇਕਾਂ ਸੰਗਤਾਂ ਦਾ ਜਿਹੜਾ ਇਕੱਠ ਹੈ ਉਹ ਨਾਲ ਹੈ ਤੇ ਇੱਥੇ ਵੀ ਆਣ ਕੇ ਸੰਗਤਾਂ ਮਿਲ ਰਹੀਆਂ ਹਨ ਜੀ। ਬਹੁ ਘਾਟਣ ਪਿਕ ਸਰਸਤੀ ਕੇ। ਇਸ ਅਸਥਾਨ ਦੇ ਉੱਤੇ ਇਹ ਜਿਹੜਾ ਸਰਸਵਤੀ ਨਦੀ ਜਿੱਥੇ ਬਣੀ ਹੈ ਨਾ, ਬਹੁ ਘਾਟਣ ਪਿਕ ਸਾਰ ਸੁਤੀ ਕੇ, ਜਿਸ ਸਥਾਨ ਦੇ ਉੱਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਬੈਠ ਗਏ ਆ ਨਾ, ਹੁਣ ਇਸ ਸਥਾਨ ਦੇ ਉੱਤੇ ਬੈਠ ਕੇ ਜਿੱਥੇ ਬਹੁਤ ਇਕੱਠ ਹੋ ਗਿਆ, ਮਾਨੋ ਅਸੀਂ ਇਕੱਠੇ ਹੋ ਕੇ ਬੈਠੇ ਆ ਤੇ ਸਾਹਮਣੇ ਗੁਰੂ ਸਾਹਿਬ ਨੇ, ਤੇ ਸਾਡਾ ਮਨ ਇਹੀ ਕਰਦਾ ਨਾ ਸਵਾਲ ਕਰੀਏ, ਪਾਤਸ਼ਾਹ ਅਸੀਂ ਕਿਉਂ ਬੈਠੇ ਆ?
ਪਾਤਸ਼ਾਹ ਅਸੀਂ ਕੀਕਰ ਆਏ ਆ, ਕੀ ਕਰਨ ਵਾਸਤੇ ਆਏ ਆ। ਸੋ ਹੁਣ ਇੱਥੇ ਇਕੱਠੇ ਹੋ ਕੇ ਬੈਠ ਗਏ ਹਨ ਜੀ। ਸਿੱਖ ਕਰ ਜੋਰ ਪ੍ਰਸ਼ਨ ਕੀ ਨੀਕੇ। ਤੇ ਆਣ ਕੇ ਫਿਰ ਸਾਰੇ ਸਿੱਖਾਂ ਨੇ ਜਿਹੜੇ ਨਾਲ ਚੱਲ ਕੇ ਆਏ ਨੇ, ਜਿਹੜੇ ਦਰਸ਼ਨ ਕਰਨ ਵਾਸਤੇ ਆ ਰਹੇ ਨੇ, ਸਾਰਿਆਂ ਨੇ ਆਣ ਕੇ ਹੱਥ ਜੋੜ ਕੇ ਤੇ ਪ੍ਰਸ਼ਨ ਕੀਤਾ ਹੈ ਜੀ। ਸੁਲਤਾ ਸਰਸਤੀ ਇੱਕ ਪਾਵਨ। ਇਹ ਜਿਹੜੀ ਸਰਸਵਤੀ ਨਦੀ ਹੈ, ਇਹਨੂੰ ਬੜੀ ਪਵਿੱਤਰ ਕਰਕੇ ਜਾਣਿਆ ਜਾਂਦਾ ਹੈ। ਕਹੇ ਮਹਾਤਮਾ ਇਸ ਬਹੁ ਥਾਮਨ। ਅਸੀਂ ਸੁਣਿਆ ਕਿ ਇਹਦਾ ਬੜਾ ਵੱਡਾ ਮਹਾਤਮ ਹੈ। ਲੋਕ ਇਹਦੀ ਬੜੀ ਮਾਨਤਾ ਕਰਦੇ ਨੇ, ਇੱਥੇ ਇਸ਼ਨਾਨ ਆਦਿਕ ਕਰਦੇ ਨੇ, ਤਪ ਸਾਧਦੇ ਨੇ। ਬੜਾ ਮਹਾਤਮ ਹੈ ਇਸ ਸਥਾਨ ਦਾ, ਸਾਨੂੰ ਦੱਸਣਾ ਕਰੋ ਜੀ। ਉਹ ਕਾਰਨ ਇਹ ਗੁਰੂ ਬਖਾਨਾ। ਭਾਈ ਸਾਹਿਬ ਲਿਖਦੇ ਨੇ ਕਿ ਸਿੱਖ ਸੰਗਤਾਂ ਆਖਦੀਆਂ ਨੇ, ਹੇ ਗੁਰੂ ਜੀ, ਇਹ ਕਿਸ ਕਾਰਨ, ਕਿਉਂ ਇਹਦੀ ਇੱਥੇ ਜਿਹੜੀ ਇੰਨੀ ਮਹਾਨਤਾ ਹੈ। ਭੂਤ ਭਵਿਖ ਗਤੀ ਤੁਮ ਜਾਨੋ। ਹੇ ਸਤਿਗੁਰੂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ, ਕਲਿਆਣਕਾਰੀ ਗੁਰੂ ਸਾਹਿਬ ਜੀਓ, ਤੁਸੀਂ ਭੂਤ ਤੇ ਭਵਿੱਖਤ ਦੋਵੇਂ ਕਾਲ ਸਮਝਦੇ ਜੇ, ਸਾਨੂੰ ਦੱਸਣਾ ਕਰੋ ਜੀ। ਸਭ ਸੰਗਤ ਕਾ ਇਹੋ ਸੰਦੇਹੋ। ਸਾਰੀਆਂ ਸੰਗਤਾਂ ਦਾ, ਜਿੰਨੀਆਂ ਵੀ ਸੰਗਤਾਂ ਚੱਲ ਕੇ ਆਈਆਂ ਨੇ, ਸਾਰਿਆਂ ਦੇ ਮਨ ਵਿੱਚ ਇਹੀ ਇੱਛਾ ਹੈ। ਕਿਰਪਾ ਕਰੋ ਉਚਰੋ ਸੁਖ ਦੇਹੋ। ਇਹ ਸੁੱਖਾਂ ਦੀ ਖਾਨ, ਸੁੱਖਾਂ ਦੇ ਦਾਤੇ, ਦਿਆਲ ਪੁਰਖ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ, ਕਿਰਪਾ ਕਰੋ ਤੇ ਸਾਨੂੰ ਦੱਸਣਾ ਕਰੋ ਜੀ। ਸਿੱਖਣ ਤੇ ਸੁਣ ਕੇ ਗੁਰ ਕਹਿਓ। ਜਦੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਿੱਖਾਂ ਦੇ ਕੋਲੋਂ ਇਹ ਸੁਣਨਾ ਕੀਤਾ ਹੈ, ਸਿੱਖਣ ਤੇ ਸੁਣ ਕੇ ਗੁਰ ਕਹਿਓ, ਤੇ ਫਿਰ ਗੁਰੂ ਸਾਹਿਬ ਨੇ ਉਚਾਰਨ ਕੀਤਾ ਹੈ, ਇਹੋ ਸਥਾਨ ਪਾਵਨ ਅਤ ਲਹਿਓ। ਇਹ ਜਿਹੜਾ ਸਥਾਨ ਹੈ, ਇਹ ਬੜਾ ਪਾਵਨ ਸਥਾਨ ਹੈ। ਇਹ ਜਿਹੜਾ ਪਾਵਨ ਸਥਾਨ ਜਿੱਥੇ ਅਸੀਂ ਜੁੜ ਕੇ ਬੈਠੇ ਹਨ, ਇਹਨੂੰ ਕਿਸ ਕਰਕੇ ਪਾਵਨ ਮੰਨਿਆ ਜਾਂਦਾ ਹੈ। ਪ੍ਰਥਮ ਜੁਗਨ ਸਮਰਥ ਸਭ ਜੀਵਾ। ਪ੍ਰਥਮ ਜੁਗਨ ਸਮਰੱਥ ਸਭ ਜੀਵ। ਜਿੰਨੇ ਵੀ ਉੱਚੇ ਨੀਵੇਂ ਬਰਾਬਰ ਦੇ ਸਾਰੇ ਜੀਵ ਨੇ ਇੱਥੇ ਆਣ ਕੇ ਜੁੜ ਬੈਠੇ ਹਨ। ਤਨ ਪਰ ਸੰਕਟ ਸਹਿਬੋ ਕੀਵਾ। ਤੇ ਇੱਥੇ ਤਨ ਪਰ ਸੰਕਟ ਸਹਿਬੋ ਕੀਵ, ਸਾਰੇ ਜੀਵ ਜਿਹੜੇ ਨੇ, ਭਾਵ ਉਹ ਰਿਖੀ ਮੁਨੀ ਜਿੰਨੇ ਵੀ ਆ ਕੇ ਇੱਥੇ ਬੈਠ ਕੇ ਤਪ ਸਾਧਦੇ ਨੇ, ਉਹਨਾਂ ਨੇ ਆਪਣੇ ਸਰੀਰ ਉੱਤੇ ਇਸ ਸਥਾਨ ਤੇ ਕਸ਼ਟ ਸਹਿਆ ਹੈ। ਵਿਸ਼ਵਾਮਿਤਰ ਆਦ ਰਿਖ ਘਨੇ। ਵਿਸ਼ਵਾਮਿਤਰ ਜਿਹੜਾ ਹੈ ਨਾ, ਇਹ ਰਿਖੀ ਬੜਾ ਵੱਡਾ ਰਿਖੀ ਹੋਇਆ, ਇਹਨਾਂ ਰਿਖੀਆਂ ਦਾ ਉੱਚਾ। ਕਹਿੰਦੇ ਇਹਨਾਂ ਨੇ ਵੀ ਆਣ ਕੇ ਇੱਥੇ ਜਿਹੜਾ ਵਾ ਤਪ ਸਾਧਿਆ, ਤੇ ਇਹਨਾਂ ਦੇ ਜਿਹੜੇ ਨਾਲ ਦੇ ਸਨ, ਇਹਦੇ ਚੇਲੇ ਚਾਟੜੇ, ਉਹਨਾਂ ਨੇ ਵੀ ਇੱਥੇ ਆਣ ਕੇ ਤਪ ਸਾਧਿਆ ਹੈ। ਇਨ ਸਤਪ ਕੁਛ ਜਾਹੇ ਨਾ ਗਣੇ। ਇੰਨਾ ਤਪ ਕੀਤਾ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ। ਜਿਹੜਾ ਇਹ ਪਾਵਨ ਸਥਾਨ ਹੈ ਨਾ, ਜਿੱਥੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਬੈਠੇ ਨੇ, ਇਸ ਸਥਾਨ ਤੇ ਆਣ ਕੇ ਗੁਰੂ ਸਾਹਿਬ ਆਖ ਰਹੇ ਨੇ ਕਿ ਸਿੱਖ ਸੰਗਤੋ, ਇੱਥੇ ਬੜੇ ਬੜੇ ਰਿਖੀਆਂ ਮੁਨੀਆਂ ਨੇ ਆਣ ਕੇ ਤਪ ਸਾਧਿਆ। ਇਸ ਕਰਕੇ ਇਸ ਪਾਵਨ ਸਥਾਨ ਦੀ ਮਾਨਤਾ ਹੈ ਜੀ। ਏਕ ਸਮੇਂ ਦੱਖਣ ਕੇ ਮੁਨ ਗਾਨਾ। ਇੱਕ ਸਮੇਂ ਦੱਖਣ ਵੱਲੋਂ ਜਿਹੜੇ ਨੇ ਉਹ ਮੁਨੀ ਚੱਲ ਕੇ ਆਏ, ਦੱਖਣ ਦੇਸ਼ ਤੋਂ, ਤੇ ਇਸ ਸਥਾਨ ਤੇ ਜਿਹੜਾ ਇਹ ਪਾਵਨ ਸਥਾਨ ਹੈ ਨਾ, ਜਿੱਥੇ ਅਸੀਂ ਜੁੜ ਬੈਠੇ ਹਾਂ, ਇੱਥੇ ਦੱਖਣ ਦੇਸ਼ ਤੋਂ ਕਾਫੀ ਮੁਨੀ ਰਿਖੀ ਤਰ ਕੇ ਆਏ ਹਨ ਜੀ। ਆਏ ਤਪ ਸਾਧਨ ਬਾਂਸਤ ਮਨ। ਤੇ ਮਨ ਵਿੱਚ ਇਹ ਸਾਧ ਕੇ ਆਏ ਨੇ ਕਿ ਅਸੀਂ ਤਪ ਸਾਧਣਾ। ਜਿਹੜੇ ਰਿਖੀ ਮੁਨੀ ਆਏ ਹਨ ਦੱਖਣ ਦੇਸ਼ ਤੋਂ, ਇਹਨਾਂ ਦੇ ਮਨ ਵਿੱਚ ਇਹ ਸੀ ਕਿ ਅਸੀਂ ਤਪ ਸਾਧਣਾ ਹੈ, ਤੇ ਇਹ ਫਿਰ ਇਸ ਸਥਾਨ ਤੇ ਆਏ ਹਨ। 48 ਕੋਸ਼ ਵਿੱਚ ਫਿਰੇ। ਇਹ 48 ਕੋਹ ਤੱਕ, ਭਾਵ 48 ਕੋਹ ਦੇ ਵਿੱਚ ਆਸੇ ਪਾਸੇ ਇਸ ਸਥਾਨ ਦੇ ਆਲੇ ਦੁਆਲੇ ਜਿਹੜਾ ਉਹ ਫਿਰੇ ਨੇ, ਤੱਕਿਆ ਏ।
ਕਿ ਕਿਸ ਜਗ੍ਹਾ ਤੇ ਬੈਠੀਏ। ਬੈਠ ਬਥਾਨ ਕਹੂੰ ਨਾ ਨਿਹਰੇ। ਪਰ ਬੈਠਣ ਵਾਸਤੇ ਕੋਈ ਜਗ੍ਹਾ ਨਹੀਂ, ਬੈਠਣ ਵਾਸਤੇ ਕੋਈ ਜਗ੍ਹਾ ਨਹੀਂ ਮਿਲੀ। ਆਸੇ ਪਾਸੇ ਵੇਖਿਆ 48 ਕੋਹ, ਕੋਈ ਇੱਕ ਕੋਹ ਨਹੀਂ, ਦੋ ਕੋਹ ਨਹੀਂ, 48 ਕੋਹ ਆਸੇ ਪਾਸੇ ਘੁੰਮ ਕੇ ਵੇਖਿਆ, ਕਰ ਬੈਠਣ ਨੂੰ ਕੋਈ ਜਗ੍ਹਾ ਨਹੀਂ ਮਿਲੀ। ਤਪਸੇ ਗਨ ਕੇ ਭੀਰ ਬਸਾਲਾ। ਤਪ ਕਰਨ ਵਾਲਿਆਂ ਦੀ ਭੀੜ ਇੰਨੀ ਸੀ ਵੀ ਮਾਨੋ ਭੌਂ ਦੇ ਉੱਤੇ, ਜ਼ਮੀਨ ਦੇ ਉੱਤੇ ਤਿਲ ਸੁੱਟਣ ਨੂੰ ਜਗ੍ਹਾ ਨਹੀਂ ਸੀ। ਪਰ ਇੰਨੀ ਭੀੜ ਜਿਹੜੀ ਸੀ ਉਹ ਇੱਕ ਜਗ੍ਹਾ ਬੈਠ ਨਹੀਂ ਸੀ ਸਕਦੀ, ਕਿਉਂਕਿ ਜਗ੍ਹਾ ਕੋਈ ਨਹੀਂ ਮਿਲ ਰਹੀ ਸੀ। ਆਸੇ ਪਾਸੇ ਘੁੰਮ ਕੇ ਹੁਣ ਵੇਖ ਲਿਆ ਹੈ ਜੀ, ਜੈ ਜੈ ਕਰਤ ਘਾਲਣਾ ਘਾਲਾ। ਹੁਣ ਹਰ ਪਾਸੇ ਜਿਹੜੀ ਆ ਉਹ ਘਾਲਣਾ ਘਾਲ ਰਹੇ ਨੇ ਕਿ ਕੋਈ ਜਗ੍ਹਾ ਮਿਲ ਜਾਏ ਬੈਠਣ ਨੂੰ, ਤਪ ਸਾਧਨ ਨੂੰ। ਆਪ ਜੀ ਦੇ ਗਿਆਤ ਤੇ ਫਿਰ ਮੈਂ ਬੇਨਤੀ ਕਰਾਂ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਇਸ ਨਗਰ ਦੇ ਵਿੱਚ ਬੈਠੇ ਨੇ ਤੇ ਇਹ ਸਾਖੀ ਦੱਸ ਰਹੇ ਨੇ ਕਿ ਇਸ ਜਗ੍ਹਾ ਦਾ ਮਹਾਤਮ ਕਿਉਂ ਹੈ, ਕਿਉਂ ਇੱਥੇ ਲੋਕ ਆਣ ਕੇ ਇਸ਼ਨਾਨ ਆਦਿਕ ਕਰਦੇ ਨੇ। ਇਹ ਗੁਰੂ ਅਮਰਦਾਸ ਪਾਤਸ਼ਾਹ ਜੀ ਸਿੱਖ ਸੰਗਤਾਂ ਨੂੰ ਦੱਸ ਰਹੇ ਨੇ ਤੇ ਆਖ ਰਹੇ ਨੇ ਕਿ ਜਿਹੜੇ ਰਿਖੀ ਮੁਨੀ ਆਏ ਨੇ ਦੱਖਣ ਦੇਸ਼ ਤੋਂ ਇਸ ਧਰਤੀ ਦੇ ਉੱਤੇ, ਉਹਨਾਂ ਨੇ ਆਣ ਕੇ ਇੱਥੇ ਦੇਖਿਆ ਕਿ ਕਿਤੇ ਨਾ ਕਿਤੇ ਬੈਠ ਕੇ ਤਪ ਸਾਧੀਏ। ਰਿਖੀ ਮੁਨੀ ਵੀ ਇੰਨੇ ਨੇ ਕਿ ਗਿਣਤੀ ਕੋਈ ਨਹੀਂ ਕਰ ਸਕਦਾ। 48 ਕੋਹ ਤੱਕ ਘੁੰਮਿਆ ਕਿ ਕੋਈ ਜਗ੍ਹਾ ਨਹੀਂ ਮਿਲੀ। ਬੜੀ ਘਾਲਣਾ ਘਾਲੀ ਪਰ ਜਗ੍ਹਾ ਕੋਈ ਨਹੀਂ ਮਿਲੀ ਇਹਨਾਂ ਨੂੰ। ਜਬ ਸਥਾਨ ਕਿ ਤੂੰ ਨਹਿ ਪਾਇਓ। ਤੇ ਜਦੋਂ ਕੋਈ ਵੀ ਸਥਾਨ ਡਿੱਠਾ ਨਾ ਬੈਠਣ ਵਾਸਤੇ ਜਗ੍ਹਾ ਨਾ ਮਿਲੀ, ਸਰਸਤੇ ਕੋ ਤਬੇ ਧਿਆਇਓ। ਤੇ ਫਿਰ ਇਸ ਸਰਸਵਤੀ ਨਦੀ ਨੂੰ ਇਹਨਾਂ ਨੇ ਚਿੱਤ ਧਿਆਨ ਕਰਕੇ ਤੇ ਚਿੱਤ ਜੋੜ ਕੇ ਆਰਾਧਨਾ ਕੀਤੀ। ਤੇ ਇਹਦੇ ਅੱਗੇ ਜਿਹੜੀ ਹੈ, ਕਿਉਂਕਿ ਸਰਸਵਤੀ ਨੂੰ ਸਨਾਤਨ ਲੋਕ ਮੰਨਦੇ ਨੇ, ਉਹਨਾਂ ਦੇ ਧਰਮ ਅਨੁਸਾਰ ਜਿਹੜਾ ਵਾ ਇਸ ਨਦੀ ਦੇ ਵਿੱਚ ਆਰਾਧਨਾ ਬੈਠ ਕੇ ਕਰਨੀ, ਇਹਦੀ ਪੂਜਾ ਕਰਨੀ, ਇਹ ਸਨਾਤਨੀ ਧਰਮ ਦੇ ਅਨੁਸਾਰ ਮੰਨਣਾ ਹੈ, ਸਿੱਖ ਧਰਮ ਦੇ ਅਨੁਸਾਰ ਨਹੀਂ। ਗੁਰੂ ਸਾਹਿਬ ਇਹ ਸਨਾਤਨ ਧਰਮ ਦੀ ਗੱਲ ਕਰ ਰਹੇ ਨੇ ਤੇ ਸਾਨੂੰ ਸਮਝਾ ਰਹੇ ਨੇ ਕਿ ਇਹ ਲੋਕ ਆਣ ਕੇ ਇੱਥੇ ਫਿਰ ਸਰਸਵਤੀ ਨਦੀ ਦੇ ਕੋਲ ਬੈਠ ਕੇ ਉਹਦੇ ਅੱਗੇ ਅਰਜ਼ੋਈ ਕਰਨ ਲੱਗੇ ਹਨ ਜੀ। ਕਹਿਓ ਬਿਦਤ ਹੋਏ ਮੁਨ ਗਨ ਸੰਗਾ। ਫਿਰ ਬੇਨਤੀ ਕੀਤੀ ਕਿ ਹੇ ਸਰਸਵਤੀ ਨਦੀ ਜੀਓ, ਕਹਿਓ ਬਿਦਤ ਹੋਏ ਬੰਦਨਾ ਕਰਕੇ, ਮੁਨ ਗਨ ਸੰਗਾ, ਸਾਡੀ ਇੱਕ ਗੱਲ ਮੰਨੋ ਜੀ। ਕਹਾਂ ਬਾਸ ਤੁਮ ਕਹੋ ਨ ਸੰਗਾ। ਸਰਸਵਤੀ ਨੇ ਆਖਿਆ ਤੁਸੀਂ ਨਿਸੰਗ ਹੋ ਕੇ ਆਪਣੀ ਬੇਨਤੀ ਕਰੋ ਜੀ। ਤਨੋ ਜਾਚਨਾ ਕੀਨ ਸੁਜਾਨ। ਤੇ ਬੜੇ ਪਿਆਰ ਦੇ ਨਾਲ ਫਿਰ ਉਹਨਾਂ ਨੇ ਜਾਚਨਾ ਕੀਤੀ ਹੈ ਜੀ। ਏ ਦੇਹ ਦੇਵੀ ਦਿਓ ਬੈਠਣ ਥਾਨ। ਇਹ ਦੇਵੀ ਸਰਸਵਤੀ ਜੀਓ ਸਾਨੂੰ ਬੈਠਣ ਵਾਸਤੇ ਅਸਥਾਨ ਦਿਓ ਜੀ। ਸਾਵੇ ਸਲਤਾ ਮੁਨ ਗਨ ਹੇਤਾ। ਜਿੱਥੇ ਬੈਠ ਕੇ ਅਸੀਂ ਤਪ ਸਾਧ ਸਕੀਏ ਜੀ। ਅਟੇ ਕੇ ਉਸ ਦੋ ਬੇਗ ਸਮੇਤ। ਅਸੀਂ ਤੇ ਕਈ ਕੋ ਜਿਹੜਾ ਵਾ ਉਹ ਵੇਖ ਲਿਆ, ਆਸੇ ਪਾਸੇ ਹਰ ਪਾਸੇ ਪ੍ਰਵਾਹ ਚੱਲ ਰਿਹਾ ਹੈ, ਪਾਣੀ ਵਗ ਰਿਹਾ ਹੈ, ਸਾਨੂੰ ਕੋਈ ਜਗ੍ਹਾ ਨਹੀਂ ਮਿਲ ਰਹੀ। ਤਿਨ ਬੈਠਣ ਕੋ ਦੀਨ ਸਥਲ ਹੈ। ਸਾਨੂੰ ਬੈਠਣ ਵਾਸਤੇ ਕੋਈ ਜਗ੍ਹਾ ਦਿਓ ਜਿੱਥੇ ਅਸੀਂ ਬੈਠ ਕੇ ਤਪ ਕਰ ਸਕੀਏ। ਬਸੇ ਮੁਨੀ ਤਬ ਕੀਨ ਸਭਲ ਹੈ। ਫਿਰ ਇਹ ਭਲਾ ਹੋਵੇਗਾ ਕਿ ਸਾਰੇ ਰਿਖੀ ਮੁਨੀ ਬੈਠ ਕੇ ਤਪ ਸਾਧਣਗੇ, ਸਾਧਨਾ ਸਾਧਣਗੇ, ਉਸ ਨਿਰੰਕਾਰ ਨੂੰ ਯਾਦ ਕਰਨਗੇ ਜੀ। ਜਸ ਤਬ ਤਪਿਓ ਕਾਲ ਬੋਕਾਲ। ਫਿਰ ਇਸ ਤਰ੍ਹਾਂ ਬੈਠ ਕੇ ਸਾਰੇ ਜਪ ਤਪ ਤਪਿਓ ਕਾਲ ਬਹੁ ਕਾਲ, ਭਾਵ ਬਹੁਤ ਘਾਲਣਾ ਘਾਲੀਆਂ ਇਹਨਾਂ ਨੇ ਇੱਥੇ ਬੈਠ ਕੇ। ਸਰਸਵਤੀ ਨਦੀ ਨੇ ਜਗ੍ਹਾ ਦਿੱਤੀ, ਆਪ ਪਿੱਛੇ ਹੋ ਗਈ, ਧਰਤੀ ਦੇ ਦਿੱਤੀ। ਧਰਤੀ ਤੇ ਬੈਠ ਕੇ ਇਹਨਾਂ ਰਿਖੀਆਂ ਮੁਨੀਆਂ ਨੇ ਬਹੁਤ ਤਪ ਕੀਤਾ, ਥੋੜਾ ਨਹੀਂ ਬਹੁਤ ਜ਼ਿਆਦੀ ਘਾਲਣਾ ਘਾਲੀ ਹੈ ਜੀ। ਕੋ ਗਣਨਾ ਕਰ ਸਕੇ ਬਸਾਲ। ਜੇ ਆਖੀਏ ਕਿ ਇਹਦੀ ਕੋਈ ਗਿਣਤੀ ਕਰ ਸਕੇ ਤੇ ਕੋਈ ਗਿਣਤੀ ਨਹੀਂ ਕਰ ਸਕਦਾ।
ਕੋਈ ਗਿਣਨਾ ਚਾਹੇ ਨਾ ਇਹਨਾਂ ਦਾ ਤਪ, ਇਹਨਾਂ ਤਪ ਇਹਨਾਂ ਨੇ ਦੱਖਣੀਆਂ ਨੇ ਆਣ ਕੇ, ਦੱਖਣ ਦੇਸ਼ ਤੋਂ ਆ ਕੇ ਤਪ ਸਾਧਿਆ ਕਿ ਇਹਨਾਂ ਦੀ ਕੋਈ ਘਾਲਣਾ ਆਖੇ ਵੀ ਗਿਣਤੀ ਕਰ ਲਈਏ ਵੀ ਇੰਨੀ ਘਾਲਣਾ ਕਰ ਲਈ ਇੰਨਾ ਸਾਲ, ਉਹ ਕੋਈ ਕਰ ਨਹੀਂ ਸਕਦਾ ਜੀ। ਸਭ ਕੀ ਕਥਾ ਕਹੂੰ ਲਗ ਕਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਸਿੱਖ ਸੰਗਤਾਂ ਨੂੰ ਆਖਦੇ ਜੀ, ਹੇ ਗੁਰੂ ਕੇ ਪਿਆਰ ਵਾਲਿਓ, ਜੇ ਇਹਨਾਂ ਸਾਰਿਆਂ ਦੀ ਘਾਲਣਾ ਮੈਂ ਕਹਿਣ ਲੱਗਾ ਤੇ ਕਹਿ ਨਹੀਂ ਸਕਦਾ, ਕਿਉਂਕਿ ਬੜੇ ਰਿਖੀ ਮੁਨੀ ਆਏ ਨੇ ਜਿਨ੍ਹਾਂ ਨੇ ਇੱਥੇ ਤਪ ਸਾਧਿਆ ਹੈ ਜੀ। ਸੁਣੀਏ ਏਕ ਮੁਨ ਕੀ ਜਿਮ ਹੈ। ਹੁਣ ਤੁਹਾਨੂੰ ਮੈਂ ਇੱਕ ਮੁਨੀ ਦੀ ਗੱਲ ਦੱਸਦਾ। ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਪਹਿਲਾ ਇਤਿਹਾਸ ਜਿਹੜਾ ਹੈ ਉਹ ਸਨਾਤਨ ਧਰਮ ਦਾ ਗੁਰੂ ਅਮਰਦਾਸ ਪਾਤਸ਼ਾਹ ਜੀ ਵੱਲੋਂ ਭਾਈ ਸੰਤੋਖ ਸਿੰਘ ਜੀ ਜਿਨ੍ਹਾਂ ਨੇ ਇਹ ਪਾਵਨ ਇਤਿਹਾਸ ਸਿਰਜਿਆ ਹੈ, ਲਿਖਿਆ ਹੈ, ਉਹਨਾਂ ਨੇ ਸਨਾਤਨ ਧਰਮ ਦੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵੱਲੋਂ ਜਿਹੜਾ ਵਾ ਉਹ ਬਿਆਨ ਕੀਤਾ। ਹੁਣ ਅੱਗੇ ਜਿਹੜਾ ਵਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਜਿਹੜਾ ਇੱਥੇ ਤਪ ਸਾਧਿਆ ਨਾ, ਉਸ ਤਪ ਦੀ ਗੱਲ ਕਰਨ ਲੱਗੇ ਆ ਕਿ ਬਹੁਤਿਆਂ ਦੀ ਗੱਲ ਤਾਂ ਨਹੀਂ ਮੈਂ ਕਹਿ ਸਕਦਾ ਗੁਰੂ ਕੀ ਸੰਗਤ, ਪਰ ਇੱਕ ਮੁਨੀ ਹੈ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿਣ ਲੱਗੇ ਇੱਕ ਮੁਨੀ ਹੈ ਜਿਹਦੇ ਬਾਰੇ ਮੈਂ ਆਪ ਜੀ ਦੇ ਨਾਲ ਸਾਂਝ ਬਣਾਵਾਂਗਾ ਜੀ। ਆਹੇ ਪੋਏ ਤੇ ਤ੍ਰੈ ਕੋਸਾ। ਕਹਿੰਦੇ ਇਸ ਪੋਹੋਏ ਨਗਰ ਤੋਂ 3 ਕੋ ਦੂਰ ਦੇ ਉੱਤੇ ਇੱਕ ਮੰਕਨ ਮੁਨ ਹੁਤੋ ਉਦੋਸ। ਇੱਕ ਮੁਨੀ ਹੋਇਆ ਇਹ ਮੰਕਣ ਨਾਂ ਦਾ। ਇਹ ਜਿਹੜਾ ਪੋਹੋਆ ਨਗਰ ਹੈ ਨਾ ਜਿੱਥੇ ਅਸੀਂ ਬੈਠੇ ਹਾਂ, ਇਸ ਨਗਰ ਤੋਂ 3 ਕੋਸ ਭਾਵ 3 ਕੋ ਦੂਰ ਉਥੋਂ ਦਾ ਇੱਕ ਮੁਨੀ ਹੈ ਮੰਕਣ, ਜਿਨੇ ਬੜਾ ਤਪ ਸਾਧਿਆ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਇਸ ਮੁਨੀ ਦੀ ਗੱਲ ਕਰ ਰਹੇ ਹਨ ਜੀ। ਮਹਾ ਵਿਖਮ ਤਬ ਘਾਲਿਓ ਤਾਹੂ। ਇਹਨੇ ਬੜੀ ਘਾਲਣਾ ਘਾਲੀ। ਮਹਾ ਵਿਖਮ ਥੋੜੀ ਨਹੀਂ, ਮਹਾ ਬੜਾ ਵੱਡਾ ਜਿਹੜਾ ਇਹਨੇ ਤਪ ਸਾਧਿਆ, ਇੰਨਾ ਵੱਡਾ ਕਿ ਹਰ ਪਾਸੇ ਜਿਹੜਾ ਸੀ ਇਹਦੀ ਚਰਚਾ ਹੁੰਦੀ ਸੀ ਕਿ ਮੰਕਣ ਮੁਨੀ ਇਹ ਬੜਾ ਵੱਡਾ ਤਪੀ ਹੋਇਆ ਹੈ ਜੀ। ਤੀਰ ਸਵਸਤੇ ਕੇਰ ਪ੍ਰਵਾਹੋ। ਹੁਣ ਇਸ ਨਦੀ ਦਾ ਪਾਣੀ ਤੀਰ ਦੀ ਤਰ੍ਹਾਂ ਚੱਲਦਾ। ਕਦੇ ਦੇਖਿਓ ਕਮਾਨ ਦੇ ਵਿੱਚੋਂ ਤੀਰ ਨਿਕਲਦਾ ਤੇ ਉਹਦੀ ਕਿੰਨੀ ਰਫ਼ਤਾਰ ਹੁੰਦੀ ਹੈ। ਆਮ ਕਹਾਵਤ ਹੈ, ਕਿਸੇ ਦਰਿਆ ਦੇ ਕੋਲੋਂ, ਕਿਸੇ ਨਦੀ ਦੇ ਕੋਲੋਂ ਜਾਂ ਕਿਸੇ ਨਹਿਰ ਦੇ ਕੋਲੋਂ ਅਸੀਂ ਗੁਜ਼ਰਦੇ ਹੋਈਏ ਨਾ, ਪਾਣੀ ਤੇਜ਼ ਵਹਾਅ ਹੋਵੇ ਤੇ ਅਸੀਂ ਆਖਦੇ ਤੀਰ ਦੀ ਤਰ੍ਹਾਂ ਪਾਣੀ ਚੱਲ ਰਿਹਾ ਇਸ ਨਦੀ ਦਾ। ਬੜੀ ਤੇਜ਼ ਨਦੀ ਚੱਲਦੀ ਹੈ, ਇਹਦੇ ਵਿੱਚ ਤੇ ਖਲੋਣਾ ਬੜਾ ਮੁਸ਼ਕਲ ਹੈ। ਭਾਈ ਸਾਹਿਬ ਲਿਖਦੇ ਨੇ ਕਿ ਉਸ ਸਰਸਵਤੀ ਜਿਹੜੀ ਨਦੀ ਹੈ ਨਾ, ਉਹਦਾ ਜਿਹੜਾ ਵਹਾਅ ਹੈ ਉਹ ਤੀਰ ਦੀ ਤਰ੍ਹਾਂ ਬੜਾ ਤੇਜ਼ ਹੈ ਜੀ। ਸੁਦਾ ਤਰਖਾ ਸਹਿ ਕਠਨ ਕਰਲਾ। ਉਹਦੇ ਵਿੱਚ ਖਲੋ ਕੇ ਤੇ ਬੜਾ ਇਹਨੇ ਤਪ ਸਾਧਿਆ। ਉਸ ਵਹਾਅ ਦੇ ਵਿੱਚ ਵੀ ਖਲੋਤਾ, ਤਨ ਉੱਤੇ ਕਸ਼ਟ ਵੀ ਇਹਨੇ ਸਹਿਆ। ਸੁਦਾ ਤ੍ਰਿਖਾ ਸਹਿ ਕਠਨ ਕਰਾਲਾ। ਤਿੱਖਾ ਪਾਣੀ ਵਗਦਾ ਹੈ, ਕਈ ਵਾਰ ਤਿੱਖੀ ਬਾਰਿਸ਼ ਹੁੰਦੀ ਹੈ ਤੇ ਉਸ ਨਦੀ ਦੇ ਵਿੱਚ ਇਹ ਖਲੋ ਕੇ ਇਹ ਕਠਨ ਘਾਲਣਾ ਘਾਲ ਰਿਹਾ ਹੈ ਜੀ। ਵਰਖਾ ਸੀਤਲ ਉਸਮ ਤਨ ਝਾਲਾ। ਆਪਣੇ ਸਰੀਰ ਉੱਤੇ ਨੇ ਵਰਖਾ ਵੀ ਸਹੀ, ਵਰਖਾ ਸੀਤ ਉਸਨ ਤਨ ਝਾਲਾ। ਸਰੀਰ ਉੱਤੇ ਨੇ ਵਰਖਾ ਵੀ ਸਹੀ, ਸੀਤ ਵੀ ਸਹੀ, ਠੰਡ ਨੂੰ ਸਹਾਰਿਆ। ਇੰਨਾ ਇਹਨੇ ਆਪਣੇ ਤਨ ਉੱਤੇ ਕਸ਼ਟ ਜਿਹੜਾ ਵਾ ਉਹ ਘਾਲਣਾ ਜਿਹੜਾ ਸੀ ਆਪਣੇ ਤਨ ਉੱਤੇ ਝੱਲਿਆ ਹੈ ਜੀ। ਬਹੁਤ ਬਰਖ ਐਸੋ ਤਪ ਸਾਧਿਓ। ਕਈ ਸਾਲ ਬਤੀਤ ਹੋ ਗਏ ਇਹਨੂੰ, ਬੜੀ ਉਮਰ ਲੰਘ ਗਈ ਇਹਦੀ ਮੰਕਣ ਮੁਨੀ ਦੀ, ਜਿਨੇ ਇਹ ਕਸ਼ਟ ਜਿਹੜਾ ਸੀ ਆਪਣੇ ਤਨ ਉੱਤੇ ਸਹਾਰਦਿਆਂ ਹੋਇਆਂ ਨੂੰ। ਸਰਬੋਤਮ ਪਦ ਲੈਣ ਅਰਾਧਿਓ। ਇਹਨੇ ਉੱਤਮ ਪਦ ਲੈਣ ਵਾਸਤੇ, ਭਾਵ ਉੱਚਮ ਪਦਵੀ ਜਿਹੜੀ ਹੈ ਨਾ ਉਹ ਪ੍ਰਾਪਤ ਕਰਨ ਵਾਸਤੇ ਸਾਰਾ ਕੁਝ ਕੀਤਾ ਹੈ ਜੀ। ਏਕ ਦਿਵ ਸਕਿਮ ਅੰਗੁਰ ਚੀਰਾ। ਇੱਕ ਦਿਨ ਉਹ ਆਇਆ ਜਦੋਂ ਇਹਨੇ ਆਪਣੇ ਤਨ ਦੇ ਉੱਤੇ ਇੱਕ ਚੀਰ, ਭਾਵ ਇੱਕ ਉਂਗਲੀ ਜਿਹੜੀ ਹੈ ਨਾ, ਕਿਸੇ ਕਾਰਨ ਇਹਦੀ ਉਂਗਲੀ ਉੱਤੇ ਚੀਰ ਆ ਗਿਆ
ਇੱਕ ਦਿਵਸ ਕਿਮ ਆਂਗੁਰ ਚੀਰਾ, ਇੱਕ ਦਿਨ ਆਇਆ ਜਦੋਂ ਇਹਦੀ ਉਂਗਲੀ ਚੀਰੀ ਗਈ ਹੈ ਜੀ। ਉਦਰ ਨਹੀਂ ਦਿਖਸਿਓ ਤਿਸ ਪੀਰਾ, ਇਹਦੇ ਤਨ ਵਿੱਚੋਂ, ਉਸ ਉਂਗਲੀ ਦੇ ਵਿੱਚੋਂ ਜਿਹੜਾ ਵਾ ਉਹ ਖੂਨ ਨਹੀਂ ਵਗਿਆ। ਇਹਦੇ ਤਨ ਵਿੱਚੋਂ ਹੁਣ ਇੱਕ ਹਰੇ ਰੰਗ ਦਾ ਜਿਹੜਾ ਸੀ ਨਾ, ਜਿਸ ਤਰ੍ਹਾਂ ਖੂਨ ਵਗਦਾ ਹੈ ਨਾ, ਖੂਨ ਨਹੀਂ, ਹਰੇ ਰੰਗ ਦਾ ਜਿਹੜਾ ਸੀ ਉਹ ਪਾਣੀ ਨਿਕਲ ਆਇਆ ਹੈ ਜੀ। ਹਰਤ ਪਤਰ ਤੇ ਰਸ ਤਸ ਨਿਕਸਾ, ਇਸ ਤਰ੍ਹਾਂ ਨਿਕਲਿਆ ਜਿਸ ਤਰ੍ਹਾਂ ਹਰੇ ਪੱਤਰ, ਹਰੇ ਰੰਗ ਦਾ, ਜਿਸ ਤਰ੍ਹਾਂ ਹਰੇ ਪੱਤਿਆਂ ਦਾ ਰਸ ਚੋਇਆ ਹੋਵੇ, ਉਹ ਰਸ ਜਿਹੜਾ ਸੀ ਇਸ ਪ੍ਰਕਾਰ ਇਹਦੀ ਉਂਗਲੀ ਵਿੱਚੋਂ ਚੋ ਰਿਹਾ ਹੈ ਜੀ। ਇਸ ਕੋ ਦੇਖ ਮੁਨੀ ਬਹੁ ਬਿਗਸਾ, ਜਦੋਂ ਇਹ ਵੇਖਿਆ ਤੇ ਮਨ ਵਿੱਚ ਉਸ ਮੁਨੀ ਦੇ, ਮੰਕਣ ਮੁਨੀ ਦੇ ਮਨ ਵਿੱਚ ਖਿਆਲ ਆ ਗਿਆ, ਕਮਾਲ ਹੈ, ਮੇਰੇ ਤਨ ਵਿੱਚ ਖੂਨ ਮੁੱਕ ਗਿਆ, ਮੇਰੇ ਤਨ ਵਿੱਚ ਰਤ ਰਹੀ ਨਹੀਂ, ਖੂਨ ਰਿਹਾ ਹੀ ਨਹੀਂ, ਹਰੇ ਰੰਗ ਦਾ ਪਦਾਰਥ ਨਿਕਲਣ ਲੱਗ ਪਿਆ ਹੈ ਜੀ। ਐਸੋ ਤਪ ਮੈਂ ਤਪਿਓ ਬਸਲਾ, ਮੈਂ ਐਸਾ ਤਪ ਕੀਤਾ ਹੈ, ਐਸਾ ਤਪ ਕੀਤਾ ਹੈ ਜਿਹਦੇ ਕਾਰਨ ਇਹ ਮੇਰੇ ਸਰੀਰ ਵਿੱਚੋਂ ਹੁਣ ਖੂਨ ਖਤਮ ਹੋ ਗਿਆ, ਹਰੇ ਰੰਗ ਦਾ ਪਦਾਰਥ ਨਿਕਲਣ ਲੱਗ ਪਿਆ ਹੈ ਜੀ। ਜਿਸ ਤੇ ਤਨ ਮੈਂ ਰੁਦਰ ਨ ਚੱਲਾ, ਸੰਗਤ ਦੇ ਗਿਆਨ ਇਤ ਫਿਰ ਮੈਂ ਬੇਨਤੀ ਕਰਾਂ, ਇਹ ਜਿਹੜੀ ਸਾਖੀ ਚੱਲ ਰਹੀ ਹੈ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਕਿ ਇਸ ਪੋਹੇ ਨਗਰ ਤੋਂ 3 ਕੋਹ ਦੂਰ ਤੇ ਮੰਕਣ ਮੁਨੀ ਹੋਇਆ ਤੇ ਉਹਦੀ ਸਾਖੀ ਦੱਸ ਰਹੇ ਨੇ ਕਿ ਉਹਨੇ ਤਪ ਸਾਧਿਆ, ਜਿਹਦੇ ਕਾਰਨ ਇੱਕ ਦਿਨ ਉਹਦੇ ਸਰੀਰ ਵਿੱਚੋਂ ਜਿਹੜਾ ਸੀ ਹਰੇ ਰੰਗ ਦਾ, ਜਿਹੜਾ ਸੀ ਖੂਨ ਦੀ ਬਜਾਏ ਹਰੇ ਰੰਗ ਦਾ ਜਿਹੜਾ ਪਦਾਰਥ ਨਿਕਲਣ ਲੱਗ ਪਿਆ, ਤੇ ਮਨ ਵਿੱਚ ਅਹੰਕਾਰ ਕਰ ਲਿਆ ਕਿ ਸ਼ਾਇਦ ਮੈਂ ਜਿਹੜਾ ਵਾ ਉਹ ਇੰਨਾ ਤਪ ਸਾਧਿਆ ਹੈ, ਇੰਨਾ ਤਪ ਸਾਧਿਆ ਹੈ, ਐਸੋ ਤਪ ਮੈਂ ਤਪਿਓ ਨਿਕਸਾ, ਕਿ ਮੈਂ ਇੰਨਾ ਤਪ ਸਾਧ ਲਿਆ ਜਿਹਦੇ ਕਾਰਨ ਹੁਣ ਮੇਰੇ ਵਿੱਚੋਂ ਹਰੇ ਰੰਗ ਦਾ ਜਲ ਨਿਕਲਣ ਲੱਗ ਪਿਆ ਹੈ ਜੀ। ਯਥਾ ਹਰਤ ਦਨ ਕੋ ਰਸ ਹੋਏ, ਜਿਹਦੇ ਕਾਰਨ ਮੇਰੇ ਸਰੀਰ ਵਿੱਚੋਂ ਹੁਣ ਹਰੇ ਰੰਗ ਦਾ ਜਿਹੜਾ ਵਾ ਉਹ ਪਦਾਰਥ ਨਿਕਲਣ ਲੱਗ ਪਿਆ ਹੈ ਜੀ। ਤਥਾ ਸਰੀਰ ਵਿਖੇ ਮਮ ਜੋਏ, ਜਿਹਦੇ ਕਾਰਨ ਸਰੀਰ ਦੇ ਵਿੱਚੋਂ ਜਿਹੜਾ ਵਾ ਇਹ ਪਦਾਰਥ ਨਿਕਲਣ ਲੱਗ ਪਿਆ ਹੈ, ਭਾਵ ਮੇਰੀ ਘਾਲਣਾ ਜਿਹੜੀ ਹੈ ਉਹ ਸਫਲ ਹੋ ਗਈ ਹੈ ਜੀ। ਇਹ ਮਨ ਜਾਣ ਅਦਕ ਉਤਸ਼ਾਹ, ਇਹ ਵੇਖ ਕੇ ਮਨ ਵਿੱਚ ਬੜਾ ਉਤਸ਼ਾਹ ਕੀਤਾ ਕਿ ਮੈਂ ਬੜਾ ਤਪ ਸਾਧ ਲਿਆ, ਜਿਹਦੇ ਕਾਰਨ ਮੈਨੂੰ ਇਹ ਅਵਸਥਾ ਪ੍ਰਾਪਤ ਹੋ ਗਈ ਹੈ ਜੀ। ਭਇਓ ਤਨ ਮੈਂ ਅਸਤਪ ਮਾਹ, ਤੇ ਹੁਣ ਕਹਿਣ ਲੱਗ ਗਿਆ ਮੈਂ ਧਨ ਹਾਂ, ਮੈਂ ਧਨ ਹਾਂ। ਮਨ ਵਿੱਚ ਹੰਕਾਰ ਆ ਗਿਆ ਨਾ ਕਿ ਮੈਂ ਬੜਾ ਤਪ ਸਾਧਿਆ, ਮੇਰੇ ਵਿੱਚੋਂ ਖੂਨ ਖਤਮ ਹੋ ਗਿਆ, ਖੂਨ ਦੀ ਜਗ੍ਹਾ ਮੇਰੇ ਵਿੱਚੋਂ ਹੁਣ ਜਿਹੜਾ ਵਾ ਉਹ ਹਰੇ ਰੰਗ ਦਾ ਪਦਾਰਥ ਨਿਕਲਣ ਲੱਗ ਪਿਆ ਹੈ, ਜਿਹਦੇ ਕਾਰਨ ਇਹ ਜਿਹੜਾ ਪਦਾਰਥ ਹੈ ਨਿਕਲਣ ਲੱਗ ਪਿਆ, ਜਿਹਦੇ ਕਾਰਨ ਮੈਂ ਬੜਾ ਮਹਾਨ ਹੋ ਗਿਆ। ਹੁਣ ਮਨ ਦੇ ਵਿੱਚ ਇਹ ਜਿਹੜਾ ਵਾ ਸੋਚਣ ਲੱਗਾ ਹੈ ਜੀ। ਉੱਠ ਕਰ ਲਾਗਿਓ ਨਾਚ ਬਸੋ ਨਾਚ ਬੇਸੋ, ਹੁਣ ਉੱਠ ਕੇ ਨੱਚਣ ਲੱਗ ਪਿਆ ਹੈ, ਨੱਚ ਰਿਹਾ, ਬੜਾ ਕੁੱਦਣ ਲੱਗ ਪਿਆ, ਨੱਚਦਾ ਹੋਇਆ ਮਨ ਵਿੱਚ ਭਰਮ ਪਾਲੀ ਜਾਂਦਾ ਹੈ, ਮੈਂ ਤਪ ਸਾਧਿਆ ਹੈ, ਜਿਹਦੇ ਕਾਰਨ ਇਹ ਜਿਹੜਾ ਵਾ ਮੇਰੇ ਮਨ ਦੇ ਵਿੱਚ ਮੈਨੂੰ ਜਿਹੜੀ ਇਹ ਅਵਸਥਾ ਪ੍ਰਾਪਤ ਹੋ ਗਈ ਹੈ ਜੀ। ਪੂਜਾ ਉਸਾਰਤ ਉੱਚੇ ਹੋ, ਜਿਹਦੇ ਕਾਰਨ ਜਿਹੜਾ ਵਾ ਇਹ ਮੈਨੂੰ ਸਭ ਕੁਝ ਮਿਲਿਆ ਹੈ। ਫਿਰ ਉੱਚੀ ਉੱਚੀ ਬਾਹਾਂ, ਪੂਜਾ ਉਸਾਰਤ, ਆਪਣੀਆਂ ਬਾਹਾਂ ਨੂੰ ਤਾਂ ਨੂੰ ਚੁੱਕਦਾ ਹੈ ਤੇ ਉੱਚਾ ਖਲੋ ਖਲੋ ਕੇ ਸਾਰਿਆਂ ਨੂੰ ਦੱਸ ਰਿਹਾ ਹੈ ਕਿ ਮੈਂ ਉੱਚੀ ਅਵਸਥਾ ਪ੍ਰਾਪਤ ਕਰ ਲਈ ਹੈ ਜੀ। ਪਾਇਨ ਕੀ ਗਤ ਕਰ ਕਰ ਨਾਚੇ, ਆਪਣੇ ਪੈਰਾਂ ਦੇ ਤਾਲ ਬਣਾ ਬਣਾ ਕੇ, ਜਿਹੜੇ ਨੱਚਣ ਵਾਲੇ ਆ ਨਾ, ਧਿਆਨ ਨਾਲ ਵੇਖਿਓ, ਉਹ ਬੜੇ ਤਰੀਕੇ ਦੇ ਨਾਲ ਤਾਲ ਦੇ ਨਾਲ ਤਾਲ ਮਿਲਾਉਂਦੇ ਨੇ, ਉਸ ਤਰੀਕੇ ਨਾਲ ਨੱਚ ਰਿਹਾ।
ਪੈਰਾਂ ਦੇ ਨਾਲ ਪੈਰ ਬਣਾ ਬਣਾ ਕੇ ਤਾਲ ਮਿਲਾ ਮਿਲਾ ਕੇ ਨੱਚ ਰਿਹਾ ਹੈ ਜੀ। ਆਨੰਦ ਬਲੰਦ ਵਿਖੇ ਮਨ ਮਾਚੈ, ਮਨ ਵਿੱਚ ਬੜਾ ਉਤਸ਼ਾਹ ਲਿਆਂਦਾ ਹੈ ਤੇ ਉੱਚੀ ਉੱਚੀ ਖੇੜ ਖੇੜਾ ਹੱਸ ਰਿਹਾ ਹੈ। ਬੜਾ ਮਨ ਵਿੱਚੋਂ ਮੰਗ ਹੈ ਕਿ ਮੈਂ ਭਈ ਇਹ ਸਭ ਪ੍ਰਾਪਤ ਕਰ ਲਿਆ ਹੈ ਜੀ। ਤਿਸ ਤੇ ਤਪ ਪ੍ਰਭਾਵ ਕੇ ਸੰਗ, ਇਸ ਮੰਕਣ ਮੁਨੀ ਦੇ ਤਪ ਦੇ ਪ੍ਰਭਾਵ ਕਾਰਨ ਜਿਹੜਾ ਹੈ ਨਾ, ਲੋਕ ਜਿਹੜੇ ਨੇ ਲਾਗੇ ਲਾਗੇ ਦੇ ਸੰਗੀ ਜਿਹੜੇ ਨੇ ਉਹ ਵੀ ਜੁੜ ਬੈਠੇ ਹਨ ਜੀ। ਸਭ ਜਗ ਨਾਚਨ ਲੱਗਿਓ ਉਮੰਗ। ਹੁਣ ਵੇਖੋ ਜਿਹਦੀ ਮਾਨਤਾ ਹੋਵੇ ਨਾ, ਆਮ ਕਹਾਵਤ ਹੈ, ਲਾਗੇ ਚਾਗੇ ਕੋਈ ਪਖੰਡੀ ਸਾਧ ਹੋਵੇ ਨਾ, ਆਪਣੀ ਮੰਨਤਾ ਕਰਾਉਣ ਵਾਸਤੇ ਉਹ ਬੜਾ ਕੁਝ ਕਰਦਾ, ਆਪਣੇ ਡੇਰੇ ਨੂੰ ਚਲਾਉਣ ਵਾਸਤੇ ਉਹ ਬੜਾ ਕੁਝ ਕਰਦਾ। ਜਦੋਂ ਉਹਦੀ ਮਾਨਤਾ ਹੁੰਦੀ ਹੈ ਨਾ, ਫਿਰ ਜਿਹੜੇ ਲਾਗੇ ਚਾਗੇ ਦੇ ਲੋਕ ਨੇ ਉਹਨੂੰ ਮੰਨਣ ਵਾਲੇ, ਉਹ ਫਿਰ ਆਣ ਕੇ ਉਹਦੀ ਜੈ ਜੈਕਾਰ ਕਰਦੇ ਨੇ, ਆਖਦੇ ਨੇ ਵਾਹ ਪਈ ਵਾਹ। ਇਸ ਸਾਧ ਨੇ ਜਿਹੜਾ ਪਖੰਡ ਕਰ ਰਿਹਾ ਹੁੰਦਾ ਨਾ, ਉਹਨਾਂ ਵਾਸਤੇ ਉਹ ਸਾਧ ਹੀ ਹੈ ਕਿ ਇਹਨੇ ਬੜਾ ਕੁਝ ਕੀਤਾ ਹੈ ਭਾਈ। ਫਿਰ ਜੋ ਉਹ ਸਾਧ ਕਰਦਾ ਹੈ ਨਾ, ਉਹੀ ਕੁਝ ਕਰਦਾ ਮਗਰ ਮਗਰ। ਉਹ ਜੋ ਪਖੰਡੀ ਸਾਧ ਕਰਦਾ ਨਾ, ਉਹ ਪਖੰਡੀ ਸਾਧ ਦੇ ਮਗਰ ਮਗਰ ਉਹਦੇ ਚੇਲੇ ਚਾਟਰੇ ਵੀ ਉਹ ਕੁਝ ਹੀ ਕਰਦੇ ਨੇ। ਹੁਣ ਕਈ ਬਰਖ ਹੋ ਗਏ ਨੇ ਇਹਨੂੰ ਮੁਨੀ ਨੂੰ ਤਪ ਸਾਧਿਆਂ ਸਾਧਿਆਂ, ਜਿਸ ਕਾਰਨ ਇਹ ਸੰਗੀ ਸਾਥੀ ਵੀ ਆਣ ਕੇ ਹੁਣ ਇਸ ਮੁਨੀ ਦੇ ਸੰਗੀ ਬਣ ਗਏ ਨੇ ਤੇ ਉੱਚੀ ਉੱਚੀ ਇਹਦੇ ਨਾਲ ਜਿਹੜਾ ਵਾ ਜ਼ੋਰ ਜ਼ੋਰ ਦੇ ਨਾਲ ਨੱਚਣ ਲੱਗ ਪਏ ਹਨ ਜੀ। ਭੂਲ ਗਏ ਸੁਧ ਸਭ ਵਿਵਹਾਰ, ਸਾਰੇ ਜਿੰਨੇ ਵੀ ਮੁਨੀ ਦੇ ਨਾਲ ਨੱਚ ਰਹੇ ਨੇ, ਸਾਰੇ ਸੁੱਧ ਤੇ ਬੁੱਧ ਦੋਵੇਂ ਭੁੱਲ ਗਏ ਨੇ। ਇਹਨਾਂ ਨੂੰ ਕੋਈ ਬੁੱਧ ਨਹੀਂ ਰਹੀ। ਗੁਰੂ ਸਾਹਿਬ ਤੇ ਇਹ ਗੱਲ ਆਖਦੇ ਨੇ ਕਿ ਸਤਿਗੁਰੂ ਜੀ ਵਿਵੇਕ ਬੁੱਧੀ ਦਿਓ ਜਿਹਦੇ ਨਾਲ ਸਾਡਾ ਪਾਰ ਉਤਾਰਾ ਹੋ ਜਾਵੇ। ਪਰ ਕਿੱਥੇ, ਸਾਡੇ ਕੋਲ ਵਿਵੇਕ ਬੁੱਧੀ ਨਹੀਂ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ, ਬੁੱਧ ਤੋਂ ਹੀਣੇ ਲੋਕ ਜਿਨ੍ਹਾਂ ਨੇ ਆਪਣੀ ਬੁੱਧ ਇਹਨੂੰ ਮੁਨੀ ਨੂੰ ਵੇਚੀ ਸੀ, ਇਹ ਵਿਵੇਕ ਤੋਂ ਹੀਣੇ, ਇਹ ਬੁੱਧੀ ਤੋਂ ਹੀਣੇ ਲੋਕ ਜਿਹੜੇ ਨੇ ਹੁਣ ਆਣ ਕੇ ਨਾਲ ਹੀ ਇਸ ਮੁਨੀ ਦੇ ਨੱਚਣ ਲੱਗ ਪਏ ਹਨ ਜੀ। ਨਾਚੇ ਸਭ ਜਗ ਅੰਗ ਸੁਧਾਰ। ਹੁਣ ਜਿਸ ਤਰ੍ਹਾਂ ਆਪਣੇ ਅੰਗਾਂ ਨੂੰ ਸੁਧਾਰ ਸੁਧਾਰ ਕੇ ਨੱਚਦਾ ਨਾ ਮੁਨੀ, ਇੱਕ ਪੈਰ ਤਾਂ ਚੁੱਕਦਾ, ਕਦੀ ਦੂਜਾ ਪੈਰ ਉੱਪਰ ਕਰਦਾ, ਉਸੇ ਤਰੀਕੇ ਦੇ ਨਾਲ ਇਹ ਮੁਨੀ ਦੇ ਮਗਰ ਮਗਰ ਇਹ ਚੇਲੇ ਚਾਟੜੇ ਤੇ ਜਿਹੜੇ ਇਹਦੇ ਪ੍ਰਭਾਵ ਹੇਠਾਂ ਆਏ ਨੇ, ਉਹ ਸਾਰੇ ਨੱਚਣ ਲੱਗ ਪਏ ਹਨ ਜੀ। ਆਸਨੀਤ ਪਿਖ ਦੇਵ ਦੁਖਾਰੇ, ਜਿੰਨੇ ਵੀ ਸਾਰੇ ਨੱਚ ਰਹੇ ਨੇ ਤੇ ਉੱਤੇ ਪ੍ਰਮਾਤਮਾ ਦੀ ਦਰਗਾਹ ਵਿੱਚ ਜਿੰਨੇ ਵੀ ਦੇਵਤੇ ਨੇ ਉਹ ਸਾਰੇ ਦੁਖੀ ਹੋ ਗਏ। ਕਿਉਂਕਿ ਸੰਸਾਰ ਦਾ ਜੋ ਰੁਝਾਨ ਹੈ, ਜੋ ਤਰੀਕਾ ਹੈ, ਪ੍ਰਮਾਤਮਾ ਨੇ ਜੋ ਜਗਤ ਦੀ ਰਚਨਾ ਕੀਤੀ ਹੈ ਨਾ, ਜੋ ਇਸ ਜਗਤ ਨੂੰ ਰਚ ਕੇ ਸ੍ਰਿਸ਼ਟੀ ਨੂੰ ਬਣਾ ਕੇ ਪ੍ਰਮਾਤਮਾ ਨੇ ਇਹਦੇ ਵਿੱਚ ਤਾਕਤ ਪਾਈ ਹੈ, ਇਹਦੇ ਵਿੱਚ ਪ੍ਰਵਾਹ ਚਲਾਇਆ ਹੈ। ਵੇਖੋ ਅਸੀਂ ਸਾਰੇ ਬੜੇ ਤਰੀਕੇ ਦੇ ਨਾਲ ਤੁਰੇ ਆ ਰਹੇ ਹਾਂ, ਸਾਰੀ ਸੰਗਤ ਬੜੇ ਤਰੀਕੇ ਨਾਲ ਆ ਰਹੀ ਹੈ। ਤੇ ਜੇ ਇਹੀ ਅਸੀਂ ਭਦਗੜ ਕਰਨ ਲੱਗ ਪਈਏ, ਦੌੜ ਭੱਜਣ ਲੱਗ ਪਈਏ, ਤੇ ਫਿਰ ਗੁਰੂ ਵੀ ਪ੍ਰਸੰਨ ਨਹੀਂ ਹੁੰਦਾ। ਪਾਣੀ ਦਾ ਵਹਾਅ ਹੈ, ਜੇ ਉਹ ਆਪਣੇ ਕਿਨਾਰਿਆਂ ਦੇ ਅੰਦਰ ਚੱਲ ਰਿਹਾ ਤੇ ਬੜਾ ਵਧੀਆ, ਸਾਰੇ ਜੀਵਾਂ ਨੂੰ ਸੁਖਦਾਈ ਦਿੰਦਾ। ਪਰ ਜੇ ਆਪਣੇ ਕਿਨਾਰਿਆਂ ਤੋਂ ਬਾਹਰ ਨਿਕਲ ਆਵੇ, ਫਿਰ ਉਹ ਲੋਕਾਂ ਨੂੰ ਡੋਬਣ ਲੱਗ ਜਾਂਦਾ। ਹੁਣ ਮੁਨੀ ਨੇ ਤਪ ਤੇ ਸਾਧ ਲਿਆ, ਪਰ ਹੋਇਆ ਕਿ ਆਪਣੇ ਮਨ ਦੇ ਭਰਮ ਕਾਰਨ ਜਿਹੜੇ ਨਾਲ ਦੇ ਚੇਲੇ ਚਾਟੜੇ ਸਨ, ਉਹਨਾਂ ਨੂੰ ਵੀ ਭਰਮ ਜਾਲ ਵਿੱਚ ਫਸਾ ਲਿਆ। ਤੇ ਹੁਣ ਜਿਹੜੇ ਦੇਵਤੇ ਸਨ, ਮੈਂ ਫਿਰ ਬੇਨਤੀ ਕਰਾਂ, ਸਨਾਤਨ ਧਰਮ ਅਨੁਸਾਰ ਜਿਹੜੇ ਦੇਵਤੇ ਸਨ, ਉਹਨਾਂ ਦੇਵਤਿਆਂ ਦੇ ਮਨ ਵਿੱਚ ਜਿਹੜਾ ਸੀ, ਉਹ ਬੜੀ ਮਨ ਵਿੱਚ ਜਿਹੜੀ ਸੀ ਉਹ ਨਿਰਾਸ਼ਤਾ ਆਈ ਕਿ ਇਹ ਧਰਤੀ ਉੱਤੇ ਕੀ ਹੋਣ ਲੱਗ ਪਿਆ ਹੈ ਜੀ। ਸਰਨ ਸੰਭ ਕੀ ਸਕਲ ਸੁਧਾਰੇ, ਫਿਰ ਸਾਰੇ ਸ਼ਰਨ ਸ਼ੰਭ ਕੀ, ਸ਼ੰਭ ਦਾ ਭਾਵ ਅਰਥ ਹੈ ਸ਼ਿਵ ਜੀ। ਹੁਣ ਬੇਨਤੀ ਕਰਾਂ, ਇੱਕ
ਤੁਸੀਂ ਸਾਰੇ ਗੁਰੂ ਦੇ ਪਿਆਰ ਵਾਲੇ ਜੇ ਜਪ ਬਾਣੀ ਪੜ੍ਹਦੇ ਜੇ ਨਾ, ਕਿਉਂਕਿ ਕਈਆਂ ਦੇ ਮਨ ਵਿੱਚ ਫਿਰ ਇਹ ਗੱਲ ਆ ਜਾਂਦੀ ਹੈ। ਵੈਸੇ ਇਤਿਹਾਸ ਹੈ ਸਾਡਾ, ਭਾਈ ਸੰਤੋਖ ਸਿੰਘ ਜੀ ਨੇ ਗਿੱਠਾਂ ਮਿਣ ਕੇ ਇਤਿਹਾਸ ਲਿਖਿਆ। ਆ ਤੁਸੀਂ ਸਰਵਣ ਕਰ ਰਹੇ ਜੇ ਨਾ, ਤੇ ਆਪ ਭਲੀ ਪ੍ਰਕਾਰ ਜਾਣੂ ਹੋ ਜਾਵੋਗੇ। ਇੱਕ ਇੱਕ ਪੈਰ ਕਿਸ ਘੜੀ ਸਤਿਗੁਰੂ ਜੀ ਉੱਠੇ ਨੇ, ਕਿਸ ਘੜੀ ਤੁਰੇ ਨੇ, ਕਿੰਨੇ ਕਦਮ ਤੁਰੇ ਨੇ। ਭਾਈ ਸੰਤੋਖ ਸਿੰਘ ਜੀ ਨੇ ਇਹ ਇੱਕ ਇੱਕ ਕਦਮ ਜਿਹੜਾ ਗੁਰੂ ਸਾਹਿਬਾਨ ਦਾ ਨਾ, ਉਹ ਵੀ ਇਸ ਪੋਥੀਆਂ ਦੇ ਵਿੱਚ ਦਰਜ ਕੀਤਾ। ਤੇ ਕਈ ਵਾਰ ਸਾਡੇ ਮਨ ਵਿੱਚ ਖਿਆਲ ਆ ਜਾਂਦਾ ਕਿ ਸ਼ਾਇਦ ਇਤਿਹਾਸ ਲਿਖਣ ਵਾਲੇ ਨੇ ਗਲਤ ਲਿਖ ਦਿੱਤਾ। ਗੁਰੂ ਕੇ ਪਿਆਰਿਓ, ਕਈ ਵਾਰ ਸਾਨੂੰ ਸਮਝ ਨਹੀਂ ਆਉਂਦੀ। ਹਮੇਸ਼ਾ ਜਿਹੜਾ ਕਵੀ ਹੁੰਦਾ ਨਾ, ਜਿਹੜਾ ਕਵਿਤਾ ਲਿਖਦਾ, ਕੋਈ ਵੀ ਲੇਖਕ ਵੇਖ ਲਿਓ, ਕੋਈ ਬੈਠੇ ਹੋਣਗੇ ਵੀਰ ਸੁਣਦੇ ਵੀ ਹੋਣਗੇ, ਜਿਹੜਾ ਲੇਖਕ ਹੁੰਦਾ ਨਾ, ਜਦੋਂ ਉਹ ਕੋਈ ਵੀ ਲੇਖ ਲਿਖਦਾ, ਕੋਈ ਵੀ ਕਵਿਤਾ ਲਿਖਦਾ, ਤੇ ਉਹ ਆਪਣੀ ਇਸ਼ਟ ਦੀ ਜਿਹੜੀ ਆ ਨਾ, ਉਹ ਸਭ ਤੋਂ ਪਹਿਲਾਂ ਉਹਦਾ ਮਹਾਤਮ ਦਰਸਾਉਣ ਵਾਸਤੇ ਕੁਝ ਇਤਿਹਾਸ ਦੇ ਵਿੱਚੋਂ, ਕੁਝ ਜੱਗ ਦੇ ਵਿੱਚੋਂ ਜਿਹੜੀਆਂ ਨੇ ਉਹ ਸਾਖੀਆਂ ਦਿੰਦਾ, ਉਦਾਹਰਨਾਂ ਦਿੰਦਾ ਹੈ। ਇਸੇ ਤਰ੍ਹਾਂ ਭਾਈ ਸੰਤੋਖ ਸਿੰਘ ਜੀ ਨੇ ਵੀ ਲਿਖਿਆ। ਇੱਥੇ ਹੁਣ ਦੇਵਤਿਆਂ ਦੀ ਉਦਾਹਰਨ ਦਿੱਤੀ ਹੈ ਤੇ ਨਾਲ ਸ਼ਿਵ ਜੀ ਦੀ ਗੱਲ ਆਈ ਹੈ ਕਿ ਸਾਰੇ ਦੇਵਤੇ ਸ਼ਿਵ ਜੀ ਦੇ ਕੋਲ ਗਏ ਨੇ। ਪਰ ਮੈਂ ਇੱਕ ਗੁਰਬਾਣੀ ਦੀ ਪਾਵਨ ਪੰਕਤੀ ਜਿਹੜੀ ਹੈ, ਜਪ ਬਾਣੀ ਅਸੀਂ ਪੜ੍ਹਦੇ ਹਾਂ, ਜਦੋਂ ਅਸੀਂ ਅਖੀਰ ਉੱਤੇ ਚੱਲ ਜਾਂਦੇ ਹਾਂ ਨਾ, ਜਪ ਬਾਣੀ ਪੜ੍ਹਦੇ ਹਾਂ, ਉੱਥੇ ਫਿਰ ਇੱਕ ਪੌੜੀ ਆਉਂਦੀ ਹੈ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਮਾਣ। ਭਾਵ ਇੱਕ ਮਾਇਆ ਹੈ ਜਿਹੜੀ ਪ੍ਰਸੂਤ ਹੋ ਕੇ ਜਿਹਨੇ ਜਨਮ ਲਿਆ, ਉਹਦੇ ਤਿੰਨ ਚੇਲੇ, ਭਾਵ ਉਹਦੇ ਅੱਗੇ ਤਿੰਨ ਪੁੱਤਰ ਹੋਏ ਨੇ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਧਿਆਨ ਨਾਲ ਸੁਣਨਾ, ਕਿਉਂਕਿ ਬਾਣੀ ਅਸੀਂ ਬੜੀ ਪੜ੍ਹਦੇ ਹਾਂ ਪਰ ਸਾਨੂੰ ਅਰਥ ਨਹੀਂ ਆਉਂਦੇ। ਗੁਰੂ ਨਾਨਕ ਸਾਹਿਬ ਜੀ ਆਖ ਰਹੇ ਨੇ ਕਿ ਤਿੰਨ ਚੇਲੇ ਪ੍ਰਮਾਣ, ਭਾਵ ਇਹ ਲੋਕ ਸਮਝ ਰਹੇ ਨੇ। ਜੇ ਅਸੀਂ ਆਖੀਏ ਗੁਰੂ ਨਾਨਕ ਪਾਤਸ਼ਾਹ ਜੀ ਨੇ ਤੇ ਇਹਨਾਂ ਤਿੰਨਾਂ ਦੀ ਗੱਲ ਕਰ ਦਿੱਤੀ, ਨਹੀਂ, ਅੱਗੇ ਆਪਣਾ ਪੱਖ ਵੀ ਪੇਸ਼ ਕੀਤਾ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਮਾਣ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਬ੍ਰਹਮਾ, ਵਿਸ਼ਨੂੰ ਤੇ ਮਹੇਸ਼। ਇੱਕ ਸੰਸਾਰੀ ਬ੍ਰਹਮਾ, ਸੰਸਾਰ ਨੂੰ ਪੈਦਾ ਕਰਨ ਵਾਲਾ, ਇੱਕ ਭੰਡਾਰੀ ਮਹੇਸ਼, ਜਿਹੜਾ ਭੰਡਾਰ ਦਿੰਦਾ। ਬ੍ਰਹਮਾ, ਵਿਸ਼ਨੂੰ ਤੇ ਮਹੇਸ਼। ਇੱਕ ਵਿਸ਼ਨੂੰ ਜਿਹੜਾ ਮੌਤ ਦਿੰਦਾ, ਸ਼ਿਵ ਜੀ ਜਿਹਨੂੰ ਆਖਿਆ ਜਾਂਦਾ। ਗੁਰੂ ਸਾਹਿਬ ਨੇ ਇਹ ਤਿੰਨ ਉਦਾਹਰਨਾਂ ਦਿੱਤੀਆਂ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੇ ਬਾਣ। ਪਰ ਨਾਲ ਹੀ ਇਹ ਗੱਲ ਕਹਿ ਦਿੱਤੀ ਕਿ ਜਿਵ ਤਿਸ ਭਾਵੈ ਤਿਵੈ ਚਲਾਵੇ। ਨਿਰੰਕਾਰ ਇੱਕ ਹੈ, ਜਿਵੇਂ ਉਹਨੂੰ ਪਾਉਂਦਾ ਏ ਉਹ ਤਿਵੇਂ ਇਸ ਜਗਤ ਨੂੰ ਚਲਾ ਰਿਹਾ ਹੈ। ਹੁਣ ਇੱਥੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਇਹ ਸਾਖੀ ਦੱਸ ਰਹੇ ਨੇ, ਦੇ ਨਾਲ ਲੇਖਕ ਇਹ ਦਰਸਾ ਰਿਹਾ ਹੈ ਕਿ ਜਿਸ ਤਰ੍ਹਾਂ ਉਸ ਮੁਨੀ ਨੇ ਤਪ ਸਾਧਿਆ ਨਾ, ਉਹਦਾ ਮਹਾਤਮ ਦੱਸਦਿਆਂ ਹੁਣ ਦੇਵਤੇ ਜਿਹੜੇ ਨੇ ਉਹ ਦੁਖੀ ਹੋਏ ਤੇ ਉਹ ਸ਼ਿਵ ਜੀ ਦੇ ਕੋਲ ਆ ਗਏ ਨੇ। ਤੇ ਮਨ ਵਿੱਚ ਇਹ ਨਹੀਂ ਭਰਮ ਪਾਉਣਾ ਕਿ ਸ਼ਿਵ ਜੀ ਦੀ ਗੱਲ ਕਰ ਰਹੇ ਨੇ, ਪਰ ਇੱਥੇ ਇਤਿਹਾਸ ਦੇ ਵਿੱਚ ਇਹ ਜ਼ਿਕਰ ਆਇਆ ਹੈ, ਕਿਉਂਕਿ ਅਖੀਰ ਉੱਤੇ ਇਸ ਮੁਨੀ ਦਾ ਜਿਹੜਾ ਵਾ ਸ਼ਿਵ ਜੀ ਦੇ ਰੂਪ ਵਿੱਚ ਪ੍ਰਮਾਤਮਾ ਵੱਲੋਂ ਨਿਰਾਦਰ ਹੋਣਾ ਕਿ ਭਾਈ ਤੂੰ ਗਲਤ ਕੀਤਾ। ਖੈਰ, ਅੱਗੇ ਇਤਿਹਾਸ ਦੀ ਵਾਰਤਾ ਸੁਣੀਏ। ਭਾਈ ਸਾਹਿਬ ਆਖ ਰਹੇ ਨੇ ਕਿ ਮਨ ਵਿੱਚ ਨਿਰਾਸ਼ਤਾ ਲੈ ਕੇ ਤੇ ਸਾਰੇ ਜਿੰਨੇ ਵੀ ਦੇਵਤੇ ਨੇ ਸ਼ਿਵ ਜੀ ਦੇ ਕੋਲ ਪਹੁੰਚੇ ਹਨ ਜੀ। ਸ਼ੰਕਰ ਕਰੋ ਕਿਰਪਾ ਪਖ ਜਗ ਕੋ, हे ਸ਼ਿਵ ਜੀ ਜਗਤ ਦੇ ਉੱਤੇ ਕਿਰਪਾ ਕਰੋ ਜੀ। ਭੁੱਲ ਗਏ ਸੁਧ ਨਾਚਨ ਲਗ ਕੋ। ਸਾਰੇ ਜਗਤ ਦੀ ਰੀਤੀ ਭੁੱਲ ਗਏ ਨੇ, ਸਾਰੇ ਜਗਤ ਦੇ ਵਿੱਚ ਨੱਚਣ ਲੱਗ ਪਏ ਹਨ ਜੀ। ਆਪਰ ਭਾਵ ਰਿਖ ਕੇਰ ਬਸਾਲਾ। ਇੱਕ ਰਿਖੀ ਹੈ ਜਿਹਨੇ ਇਹ ਤਪ ਸਾਧਿਆ ਹੈ ਤੇ ਉਹਦੇ ਪ੍ਰਭਾਵ ਹੇਠ ਸਾਰੇ ਆ ਗਏ ਹਨ ਜੀ। ਅਪਰੰਤ ਤੇ ਨਾ ਹਟੇ ਸਕਾਲਾ। ਇਹ ਹਟਦਾ ਹੀ ਨਹੀਂ, ਸਾਰਿਆਂ ਨੂੰ ਆਪਣੇ ਮਗਰ ਲਾਇਆ ਹੈ। ਇਹ ਬੜੀ ਮਾੜੀ ਰੀਤ ਹੈ ਜਿਹੜੀ ਇਹਨੇ ਚਲਾ ਦਿੱਤੀ ਹੈ। ਕਰੋ ਪਾਵੇ ਆਪ ਅਬ ਕੋਈ ਕਿਰਪਾ ਕਰੋ, ਆਪ ਹੀ ਇਹਨੂੰ ਬੁੱਧ ਬਖਸ਼ੋ ਜੀ। ਜਿਸ ਤੇ ਜਗਤ ਸਥਿਰਤਾ ਹੋਏ। ਜਿਹਦੇ ਨਾਲ ਜਗਤ ਦੇ ਵਿੱਚ ਸਥਿਰਤਾ, ਭਾਵ ਜਿਸ ਤਰ੍ਹਾਂ ਪ੍ਰਮਾਤਮਾ ਅਕਾਲ ਪੁਰਖ ਨੇ ਇਸ ਜਗਤ ਨੂੰ ਰਚਿਆ ਉਸੇ ਤਰ੍ਹਾਂ ਹੀ ਟਿਕੀ ਰਵੇ।
ਉਹ ਸਥਿਰਤਾ ਆ ਜਾਵੇ ਜੀ। ਸੁਨੇ ਸੁਰਨ ਕੇ ਬਿਨੈ ਬਹਾਨੇ। ਦੇਵਤਿਆਂ ਦੀ ਇਹ ਗੱਲ ਸ਼ਿਵ ਜੀ ਨੇ ਸੁਣੀ ਹੈ ਜੀ। ਸ਼ੰਕਰ ਕਰ ਵਿਚਾਰ ਸੁਖ ਦਾਨੇ। ਫਿਰ ਸ਼ਿਵ ਜੀ ਨੇ ਇਹ ਗੱਲ ਸੁਣ ਕੇ ਤੇ ਸੁੱਖਾਂ ਦੇ ਦਾਨ ਭਾਵ ਸ਼ਿਵ ਜੀ ਨੂੰ ਸੁੱਖਾਂ ਦੀ ਦਾਨ ਆਖਿਆ ਗਿਆ, ਸੁੱਖਾਂ ਦੇ ਦਾਤੇ। ਉਹਨਾਂ ਨੇ ਇਹ ਮਹਾਨ ਗੱਲ ਸੁਣ ਕੇ ਤੇ ਵਿਚਾਰ ਕੀਤੀ ਹੈ ਜੀ। ਮਨ ਕੋ ਲੱਖ ਉਤਸ਼ਾਹ। ਮੁਨ ਕੇ ਮਨ ਕੋ ਲੱਖ ਉਤਸ਼ਾਹ। ਜਿਹੜਾ ਇਹ ਮੁਨੀ ਹੈ ਨਾ, ਜਿਹਦੇ ਮਨ ਵਿੱਚ ਇਹ ਭਰਮ ਆ ਗਿਆ, ਜਿਹਦੇ ਵਿੱਚ ਇਹ ਉਤਸ਼ਾਹ ਆਇਆ ਹੈ ਜੀ, ਇਸੇ ਨਵਾਰਨ ਕੋ ਚਿਤ ਚਾਹ। ਉਹਦੀ ਨਿਵਰਤੀ ਕਰਨ ਵਾਸਤੇ ਹੁਣ ਮਨ ਵਿੱਚ ਚਾਹਤ ਕਰ ਲਈ ਹੈ ਜੀ। ਅਪਰ ਭੇਕ ਧਰ ਗੌਰੀਸਾ। ਹੁਣ ਆਪਣਾ ਜਿਹੜਾ ਵਾ ਉਹ ਰੂਪ ਵਟਾ ਕੇ ਸ਼ਿਵ ਜੀ ਜਿਹੜਾ ਵਾ ਗੌਰੀਸ਼ਾ ਭਾਵ ਆਪਣਾ ਜਿਹੜਾ ਵਾ ਗੌਰੀ ਦਾ ਈਸ਼ਰ ਸ਼ਿਵ ਜੀ ਭਾਵ ਜਿਹੜਾ ਹੈ ਉਹਨੇ ਆਪਣਾ ਰੂਪ ਵਟਾ ਲਿਆ ਹੈ। ਆਵਤ ਭਾਜੈ ਹੁਤੋ ਮਨੀਸਾ। ਤੇ ਆਵਤ ਭਾਵ ਆਪ ਧਰਤੀ ਦੇ ਉੱਤੇ ਆ ਗਏ ਹਨ ਜੀ। ਨਿਕਟ ਹੋਏ ਕਰ ਪੂਜਨ ਕੀਨਾ। ਤੇ ਹੌਲੀ ਜੀ ਦੇ ਨਾਲ ਫਿਰ ਉਹਦੇ ਕੋਲ ਜਿਹੜਾ ਵਾ ਮੁਨੀ ਜਿਹੜਾ ਹੈ ਨਾ, ਮੰਕਣ ਮੁਨੀ ਜਿਹੜਾ ਹੈ, ਉਹਦੇ ਕੋਲ ਜਾ ਕੇ ਬੈਠ ਗਏ ਹਨ ਜੀ। ਕਿਉ ਨਾਚਤੈ ਕਿਆ ਚਿਤ ਚੀਨਾ। ਤੇ ਆਖਣ ਲੱਗੇ ਨੇ, ਹੇ ਮੁਨੀ ਤੂੰ ਕਿਉਂ ਨੱਚ ਰਿਹਾ ਹੈ? ਕਿਉਂ ਤੂੰ ਇੰਨਾ ਉੱਚੀ ਉੱਚੀ ਕੁੱਦ ਰਿਹਾ ਹੈ? ਕਿਆ ਆਸਾ ਅਸਤਵ ਮਨ ਹੈ। ਤੇਰੇ ਮਨ ਦੀ ਕੀ ਆਸ਼ਾ ਹੈ ਜਿਹੜਾ ਤੂੰ ਨੱਚ ਰਿਹਾ ਹੈ? ਰਿਸ਼ਤੇ ਨਿਤ ਹੀ ਨਾਚਤ ਰਹੈ। ਜਿਸ ਕਾਰਨ ਤੂੰ ਨਿਤ ਹੀ ਰੋਜ਼ਾਨਾ ਹੀ ਨੱਚ ਰਿਹਾ ਹੈ। ਸੁਨ ਮੰਕਣ ਨੇ ਬਾਕ ਬਖਾਨਾ। ਮੰਕਣ ਨੇ ਇਹ ਗੱਲ ਸੁਣੀ ਤੇ ਫਿਰ ਆਪਣੇ ਮੁਖ ਤੋਂ ਆਖਿਆ, ਮੈਂ ਏਠਾ ਤਪ ਤਪਿਓ ਮਹਾਨਾ। ਮੈਂ ਨਾ ਬੜਾ ਤਪ ਸਾਧਿਆ ਹੈ ਜੀ। ਇੱਕ ਦਿਨ ਚੀਰ ਅੰਗਰੀ ਆਵਾ। ਇੱਕ ਦਿਨ ਮੇਰੀ ਜਿਹੜੀ ਚੀਚੀ ਹੈ, ਉਂਗਲੀ ਜਿਹੜੀ ਹੈ ਉਹ ਕੱਟੀ ਗਈ ਸੀ। ਹਰਤ ਪਤ ਰਸਮ ਨਿਕਸਾਵਾ। ਤੇ ਜਿਸ ਤਰ੍ਹਾਂ ਹਰੇ ਰੰਗ ਦੇ ਪੱਤਿਆਂ ਵਿੱਚੋਂ ਹਰੇ ਰੰਗ ਦਾ ਜਿਹੜਾ ਵਾ ਰਸ ਨਿਕਲਦਾ, ਇਸ ਤਰ੍ਹਾਂ ਮੇਰੇ ਸਰੀਰ ਵਿੱਚੋਂ ਵੀ ਹਰੇ ਰੰਗ ਦਾ ਰਸ ਨਿਕਲਿਆ ਹੈ। ਨਹੀਂ ਰੁਦਰ ਪੀ ਦੇ ਮਝਾਰਾ। ਮੇਰੇ ਸਰੀਰ ਵਿੱਚ ਤੇ ਖੂਨ ਰਿਹਾ ਹੀ ਨਹੀਂ। ਨਹੀਂ ਰੁਦਰ ਭੀ ਦੇਹ ਮਝਾਰਾ। ਮੇਰੇ ਸਰੀਰ ਵਿੱਚ ਰਤੀ ਭਰ ਵੀ ਖੂਨ ਨਹੀਂ ਰਿਹਾ। ਜਾਂਤੇ ਭਾ ਮੁਝ ਹਰਖ ਪਾਰਾ। ਜਿਸ ਕਾਰਨ ਮੇਰੇ ਮਨ ਵਿੱਚ ਜਿਹੜਾ ਸੀ ਉਹ ਹਰਖ ਆਇਆ ਹੈ। ਨਹੀਂ ਸਮਝਾਵਤ ਹੈ ਚਿਤ ਮਾਹੀ। ਨਹੀਂ ਤਾਂ ਮੇਰੇ ਮਨ ਵਿੱਚ ਕੋਈ ਵੀ ਐਸੀ ਨਹੀਂ, ਕਿਉਂਕਿ ਨਹੀਂ ਸਮਝਾਵਤ ਹੈ ਚਿਤ ਮਾਹੀ। ਮੇਰੇ ਮਨ ਵਿੱਚ ਜਿਹੜੀ ਹੈ ਉਹ ਇਹ ਆਸ ਸੀ ਕਿ ਇਹ ਖੂਨ ਕਿਉਂ ਨਹੀਂ ਨਿਕਲਿਆ, ਹਰੇ ਰੰਗ ਦਾ ਕਿਉਂ ਇਹ ਪਦਾਰਥ ਨਿਕਲਿਆ ਹੈ। ਨਾਚਤ ਰਹਾ ਹੋਤ ਲਖ ਜਾਹੇ। ਇਸ ਅਸਚਰਜਮਈ ਬਾਤ ਤੋਂ ਜਿਹੜਾ ਵਾ ਮੈਂ ਅਸਚਰਜ ਹੋ ਕੇ ਤੇ ਰੋਜ਼ਾਨਾ ਹੀ ਨੱਚ ਰਿਹਾ ਹਾਂ। ਸੁਣ ਸੇਵਨੇ ਨਿਜ ਅੰਗਰੇ ਚੀਰੇ। ਇਹ ਗੱਲ ਸੁਣ ਕੇ ਤੇ ਫਿਰ ਸ਼ਿਵ ਜੀ ਨੇ ਵੀ ਆਪਣੀ ਜਿਹੜੀ ਉਂਗਲੀ ਸੀ ਉਹ ਚੀਰ ਲਈ। ਨਿਕਸੇ ਭਸਮ ਪਰੇ ਤਿਸ ਤੇਰੇ। ਤੇ ਜਦੋਂ ਉਂਗਲੀ ਚੀਰੀ ਨਾ, ਉਹਦੇ ਵਿੱਚੋਂ ਭਸਮ ਨਿਕਲੀ ਭਾਵ ਰਾਖ ਸਵਾਹ ਜਿਹੜੀ ਸੀ ਉਹ ਨਿਕਲ ਆਈ ਹੈ ਜੀ। ਕਹਿਓ ਦੇਖ ਤਪ ਹੋਵਤ ਐਸੋ। ਕਹਿੰਦੇ ਜੇ ਇਹ ਤਪ ਹੈ ਤੇ ਫਿਰ ਆ ਵੇਖੋ ਮੇਰੇ ਸਰੀਰ ਵਿੱਚੋਂ ਵੀ ਜਿਹੜਾ ਉਹ ਸਵਾਹ ਨਿਕਲਣ ਲੱਗ ਪਈ ਹੈ ਜੀ। ਕਰਿਓ ਦਿਖਾਵਨ ਕੋ ਅਬ ਜੈਸੋ। ਕਰਿਓ ਦਿਖਾਵਨ ਕੋ ਅਬ ਜੈਸੋ। ਹੁਣ ਮੇਰੇ ਕੋਲ ਜਿਸ ਤਰ੍ਹਾਂ ਤੇਰੇ ਸਰੀਰ ਵਿੱਚੋਂ ਹਰੇ ਰੰਗ ਦਾ ਪਦਾਰਥ ਹੈ ਤੇ ਮੇਰੇ ਸਰੀਰ ਵਿੱਚੋਂ ਸਵਾਹ ਨਿਕਲ ਰਹੀ ਹੈ ਜੀ। ਅਪਰੇ ਅੰਸ ਕੁਸ ਰਹੇ ਨ ਤਨ ਮੈਂ। ਮੇਰੇ ਸਰੀਰ ਵਿੱਚ ਤੇ ਹੁਣ ਖੂਨ ਰਿਹਾ ਹੀ ਨਹੀਂ, ਸਾਰੇ ਸਰੀਰ ਵਿੱਚ ਸਵਾਹ ਹੀ ਸਵਾਹ ਹੈ ਜੀ। ਜੀਵਤ ਭਸਮ ਰਹਿਓ ਨਿਤ ਬਨ ਮੈਂ। ਇਹ ਤਾਂ ਹੋਇਆ ਕਿਉਂਕਿ ਮੈਂ ਜੰਗਲਾਂ ਵਿੱਚ ਜਾ ਕੇ ਸਵਾਹ ਖਾਂਦਾ ਰਿਹਾ। ਜਿਹੜੀ ਭਸਮ ਹੈ ਨਾ, ਮੈਂ ਉਹਨੂੰ ਹੀ ਚੱਖਦਾ ਰਿਹਾ। ਜਿਸ ਤਰ੍ਹਾਂ ਤੂੰ ਇਸ ਜੰਗਲ ਦੇ ਵਿੱਚ ਬਣ ਵਿੱਚ ਬੈਠ ਕੇ ਹਰੇ ਪੱਤੇ ਖਾ ਕੇ ਤਪ ਸਾਧਿਆ ਨਾ, ਤੇ ਤੇਰੇ ਸਰੀਰ ਵਿੱਚੋਂ ਖੂਨ ਦੀ ਜਗ੍ਹਾ ਤੇ ਹਰੇ ਰੰਗ ਦਾ ਪਦਾਰਥ ਜਿਹੜਾ ਨਿਕਲਣ ਲੱਗ ਪਿਆ। ਮੇਰੇ ਸਰੀਰ ਵਿੱਚੋਂ ਇਹ ਭਸਮ ਭਾਵ ਸਵਾਹ ਨਿਕਲਣ ਲੱਗ ਪਈ ਹੈ। ਜਾਂ ਤੇ ਸਭ ਸਰੀਰ ਕੇ ਮਾਹੇ। ਮੇਰੇ ਸਾਰੇ ਸਰੀਰ ਵਿੱਚ ਹੁਣ
ਜਿੰਨਾ ਵੀ ਮੇਰਾ ਸਰੀਰ ਹੈ ਜੀ, ਬਿਨਾ ਭਸਮ ਸਰੋਨਤ ਕਿਤ ਨਾਹੀਂ। ਭਸਮ ਤੋਂ ਬਗੈਰ ਇੱਕ ਰਤੀ ਭਰ ਵੀ ਖੂਨ ਨਹੀਂ ਹੈ ਜੀ। ਤਉ ਨ ਮੁਝੇ ਅਸੇ ਆਨੰਦ ਆਵਾ। ਪਰ ਮੇਰੇ ਮਨ ਅੰਦਰ ਅਜੇ ਵੀ ਜਿਹੜਾ ਆਨੰਦ ਹੈ, ਭਾਵ ਸਥਿਰਤਾ ਹੈ ਜਿਹੜੀ, ਉਹ ਨਹੀਂ ਆਈ। ਜਸ ਤੂੰ ਦੇਖ ਹਿਰਦੇ ਗਰਬਾਵਾ। ਤੂੰ ਕਿਸ ਗੱਲ ਦਾ ਜਿਹੜਾ ਗਰਭ ਕਰ ਰਿਹਾ ਹੈ? ਕਿਉਂ ਮਨ ਦੇ ਵਿੱਚ ਜਿਹੜਾ, ਹਿਰਦੇ ਵਿੱਚ ਜਿਹੜਾ ਵਾ ਉਹ ਗਰਭ ਧਾਰਨ ਕੀਤਾ, ਹੰਕਾਰ ਧਾਰਨ ਕੀਤਾ ਕਿ ਮੈਂ ਹੀ ਸਭ ਕੁਝ ਹਾਂ। ਮੈਂ ਫਿਰ ਬੇਨਤੀ ਕਰਾਂ, ਮਨ ਵਿੱਚ ਇਹੀ ਲਾਲਸਾ ਹੈ, ਮੇਰੇ ਵਰਗਾ ਵੱਡਾ ਮੁਨੀ ਕੋਈ ਨਹੀਂ, ਜਿਹਨੇ ਤਪ ਸਾਧਿਆ ਹੈ, ਜਿਹਨੇ ਸਾਧਨਾ ਸਾਧੀ ਹੈ। ਇਹ ਸਭ ਕੁਝ ਮੈਨੂੰ ਤਾਂ ਹੀ ਪ੍ਰਾਪਤ ਹੋਇਆ। ਹੁਣ ਇੱਥੇ ਸਮਝਾ ਰਹੇ ਹਨ ਕਿ ਮੇਰੇ ਸਰੀਰ ਵਿੱਚ ਵੀ ਤੇ ਸਵਾਹ ਹੀ ਹੈ ਨਾ। ਕਿਸ ਗੱਲ ਦਾ ਜਿਹੜਾ ਮਨ ਵਿੱਚ ਹੰਕਾਰ ਹੈ ਜੀ? ਸੁਣੇ ਬਾਕੁਰ ਨੈਣ ਨਿਹਾਰਿਆ। ਇਹ ਜਦੋਂ ਆਪਣੇ ਕੰਨਾਂ ਦੇ ਨਾਲ ਵਾਕ ਸੁਣੇ ਤੇ ਫਿਰ ਇਹ ਬੜੇ ਪਿਆਰ ਦੇ ਨਾਲ ਇਸ ਮੁਨੀ ਨੇ ਜਿਹੜਾ ਵਾ ਉਹ ਬਚਨ ਸੁਣਨੇ ਕੀਤੇ। ਮਨ ਮੰਕਣ ਚਿਤ ਚਾਉ ਨਵਾਰਿਆ। ਤੇ ਫਿਰ ਇਸ ਮੰਕਣ ਮੁਨੀ ਨੇ ਮਨ ਦੇ ਵਿੱਚ ਜਿਹੜਾ ਚਾਅ ਸੀ, ਜਿਹੜੀ ਉਹ ਮਨ ਦੇ ਵਿੱਚ ਚਾਹਤ ਸੀ, ਉਹਨੂੰ ਨਿਵਾਰਿਆ, ਨਿਵਾਰਨ ਕੀਤਾ ਹੈ ਜੀ। ਹਟਿਓ ਨਾਚ ਬੇ ਤੇ ਜਗ ਸ਼ਾਂਤੀ। ਹੁਣ ਨੱਚਣਾ ਹਟ ਗਿਆ ਏ ਤੇ ਜਗਤ ਵਿੱਚ ਸ਼ਾਂਤੀ ਆ ਗਈ ਹੈ। ਇਸ ਪ੍ਰਕਾਰ ਮਨ ਭਏ ਸੰਗਾਤੀ। ਇਸ ਪ੍ਰਕਾਰ ਜਿਹੜੇ ਸਾਰੀ ਸੰਗਤ ਹੈ ਤੇ ਮੁਨੀ ਜਾਨਾ ਸਾਰੇ ਸ਼ਾਂਤ ਹੋ ਗਏ ਹਨ। ਕੇ ਤਪ ਕਰਬੇ ਇਸ ਥਾਨ। ਇਹਨਾਂ ਦੇ ਤਪ ਕਾਰਨ ਜਿਹੜੇ ਲੋਕ ਨੇ ਅੱਜ ਵੀ ਇੱਥੋਂ ਦੀ ਮੰਨਤਾ ਕਰਦੇ ਹਨ। ਭਏ ਅਦਕ ਪਾਮਨ ਮਨ ਜਾਨ। ਅਨੇਕਾਂ ਲੋਕ ਆਣ ਕੇ ਹੀ ਮਨ ਵਿੱਚ ਧਾਰਨਾ ਧਾਰਦੇ ਨੇ। ਗੁਰੂ ਕੀ ਸਾਧ ਸੰਗਤ ਜੀ, ਕਈ ਵਾਰ ਅਸੀਂ ਵੀ, ਸਾਡੇ ਬਜ਼ੁਰਗ ਵੀ ਇਹ ਗੱਲ ਕਰਦੇ ਨੇ ਕਿ ਭਾਈ ਇਹ ਬੜੇ ਚਿਰ ਤੋਂ ਰੀਤ ਚੱਲੀ ਆ ਰਹੀ ਆ, ਅਸੀਂ ਇਸ ਮਸੀਤ ਤੇ, ਅਸੀਂ ਇਸ ਮੜੀ ਤੇ, ਅਸੀਂ ਇਸ ਜਗ੍ਹਾ ਤੇ ਮੱਥਾ ਟੇਕਦੇ ਹਾਂ ਤੇ ਅਸੀਂ ਆਪਣੇ ਪੁਰਖਿਆਂ ਦੀਆਂ ਗੱਲਾਂ ਕਰਦਿਆਂ ਜੇ ਕਿਤੇ ਵੱਡੇ ਵਡੇਰੇ ਨੂੰ ਕਹਿ ਵੀ ਦਈਏ ਨਾ ਕਿ ਭਾਈ ਗੁਰੂ ਆਸ਼ੇ ਅਨੁਸਾਰ ਇਹ ਗਲਤ ਹੈ, ਇਹ ਭਰਮ ਹੈ, ਆਖਣਗੇ ਭਾਈ ਤੁਹਾਨੂੰ ਕੀ ਪਤਾ, ਇਹ ਸਾਡੇ ਬਜ਼ੁਰਗਾਂ ਤੋਂ ਚੱਲਦੀ ਆ ਰਹੀ ਹੈ। ਇਸ ਤਰ੍ਹਾਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਵੀ ਇਹ ਗੱਲ ਕਰ ਰਹੇ ਨੇ ਕਿ ਭਾਈ ਇੱਥੇ ਮੰਕਣ ਮੁਨੀ ਦੇ ਮਨ ਵਿੱਚ ਇਹ ਵਹਿਮ ਆ ਗਿਆ ਸੀ ਤੇ ਗੁਰੂ ਸਾਹਿਬ ਸਮਝਾ ਰਹੇ ਨੇ ਕਿ ਜਿਸ ਤਰ੍ਹਾਂ ਮੰਕਣ ਮੁਨੀ ਦੇ ਮਨ ਵਿੱਚ ਵਹਿਮ ਆਇਆ ਤੇ ਉਦੋਂ ਦੀ ਸੰਗਤ ਵੀ ਜਿਹੜੀ ਸੀ, ਉਹਦੀ ਸੰਗੀ ਸਾਥੀ ਵੀ ਉਹਦੇ ਨਾਲ ਨੱਚਣ ਲੱਗ ਪਏ। ਇਸੇ ਤਰ੍ਹਾਂ ਹੀ ਹੁਣ ਇਸ ਸਥਾਨ ਤੇ ਜਿਹੜੇ ਲੋਕ ਨੇ ਸੁਣੀਆਂ ਸੁਣਾਈਆਂ ਗੱਲਾਂ ਕਰਕੇ ਆ ਕੇ ਇਸ਼ਨਾਨ ਆਦਿਕ ਕਰਦੇ ਹਨ ਜੀ। ਤਿਨ ਕੇ ਤਪ ਕਰਬੇ ਇਸ ਥਾਨ। ਉਹਨਾਂ ਦੇ ਤਪ ਕਰਕੇ ਹੀ ਇੱਥੇ ਆਣ ਕੇ ਲੋਕ ਇਸ਼ਨਾਨ ਕਰਦੇ ਹਨ। ਭਏ ਅਦਕ ਪਾਵਨ ਮਨ ਜਾਨ। ਤੇ ਆਣ ਕੇ ਇੱਥੋਂ ਦੀ ਮਨ ਦੀ ਜਿਹੜੀ ਉਹ ਸ਼ਾਂਤੀ ਪ੍ਰਾਪਤ ਕਰਦੇ ਹਨ। ਕਰੇ ਇਸ਼ਨਾਨ ਸੋ ਹੋਏ ਪਨੀਤ। ਉਹ ਇੱਥੇ ਇਸ਼ਨਾਨ ਕਰਕੇ ਤੇ ਆਪਣੇ ਆਪ ਨੂੰ ਜਿਹੜਾ ਵਾ ਪਵਿੱਤਰ ਕਰਦੇ ਹਨ। ਐਂ ਪ੍ਰਸੰਗ ਸੁਣ ਕੈ ਸੁਬਰੀਤਾ। ਇਸ ਪਾਵਨ ਸਥਾਨ ਦੇ ਉੱਤੇ ਜਿਹੜੀ ਸੀ ਇਹ ਸਾਰੀ ਰੀਤੀ ਸੁਣਾ ਕੇ, ਕਿਉਂਕਿ ਇੱਥੇ ਜਿਹੜੇ ਸਿੱਖ ਸੰਗਤਾਂ ਵੀ ਸਨ, ਸਨਾਤਨ ਧਰਮ ਦੇ ਲੋਕ, ਬ੍ਰਾਹਮਣ ਵੀ ਸਨ, ਇਹ ਸਾਰੇ ਆਣ ਕੇ ਬੈਠ ਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲੋਂ ਸਾਖੀ ਸ਼ਰਵਣ ਕਰ ਰਹੇ ਨੇ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਸ਼ਬਦ ਆਪ ਜੀ ਦੇ ਨਾਲ ਸਾਂਝਾ ਕੀਤਾ ਸੀ ਕਿ ਗੁਰੂ ਸਾਹਿਬ ਆਪ ਇਹਨਾਂ ਤੀਰਥ ਇਸ਼ਨਾਨਾਂ ਤੇ ਜਾ ਕੇ ਜਗਤ ਦਾ ਉਧਾਰ ਕਰਨ ਵਾਸਤੇ ਗਏ ਨੇ। ਤੇ ਹੁਣ ਇਸ ਪਾਵਨ ਸਥਾਨ ਦੇ ਉੱਤੇ ਵੀ, ਜਿਸ ਸਥਾਨ ਦੇ ਉੱਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਬੈਠੇ ਨੇ, ਬੈਠ ਕਰਕੇ ਸੰਗਤਾਂ ਨੂੰ ਸਮਝਾ ਰਹੇ ਨੇ ਕਿ ਭਲਿਓ ਮੰਕਣ ਮੁਨੀ ਦੇ ਮਨ ਵਿੱਚ ਇਹ ਹੰਕਾਰ ਆਇਆ ਸੀ ਤੇ ਉਸ ਸਮੇਂ ਨਿਵਰਤੀ ਕੀਤੀ ਤੇ ਅੱਜ ਵੀ ਲੋਕ ਇਹਨਾਂ ਤੀਰਥ ਇਸ਼ਨਾਨਾਂ ਤੇ ਇਸ਼ਨਾਨ ਕਰਦੇ ਨੇ ਕਿ ਰਿਸ਼ੀਆਂ ਮੁਨੀਆਂ ਨੇ ਤਪ ਸਾਧਿਆ, ਸਾਡਾ ਭਲਾ ਹੋ ਜਾਵੇਗਾ। ਪਰ ਇਸ ਤਰ੍ਹਾਂ ਦੀ ਗੱਲ ਕੋਈ ਨਹੀਂ, ਕਿਉਂਕਿ ਪਰਮਾਤਮਾ ਦਾ ਨਾਮ ਹੀ ਅਸਲ ਵਿੱਚ ਇਸ਼ਨਾਨ ਹੈ। ਦੇਹੀ ਅਸੀਂ ਰੋਜ਼ ਧੋਨੇ ਆ, ਪਰ ਜਿਸ ਦਿਨ ਆਪਣੇ ਮਨ ਨੂੰ ਧੋ ਲਿਆ ਉਸ ਦਿਨ ਇਹ ਸਾਰੀ ਕਲਾ ਵਰਤੇਗੀ, ਅਕਾਲ ਪੁਰਖ ਰਹਿਮਤ ਕਰੇਗਾ। ਇਸ਼ਨਾਨ ਵੀ ਜ਼ਰੂਰੀ ਹੈ। ਜਿੱਥੇ ਅਸੀਂ ਅੰਮ੍ਰਿਤਸਰ ਦੇ ਇਸ਼ਨਾਨ ਮੰਗਦੇ ਹਾਂ ਨਾ ਅਰਦਾਸ ਵਿੱਚ, ਪਰ ਇਹ ਭਰਮ ਪਾ ਕੇ ਨਹੀਂ ਕਿ ਕੇਵਲ ਇਸ਼ਨਾਨ ਦੇ ਨਾਲ ਹੀ ਗੱਲ ਬਣ ਜਾਣੀ ਹੈ, ਸਰੀਰ ਨੂੰ ਧੋਣ ਦੇ ਨਾਲ ਹੀ ਗੱਲ ਬਣਨੀ ਹੈ। ਨਹੀਂ,
ਇਹ ਮਨ ਨੂੰ ਧੋਣ ਦੇ ਨਾਲ ਵੀ ਗੱਲ ਬਣਨੀ ਹੈ, ਤੇ ਮਨ ਨੂੰ ਧੋਣ ਵਾਸਤੇ ਕੇਵਲ ਗੁਰਬਾਣੀ ਦਾ ਸ਼ਬਦ ਹੈ। ਜਿਹੜਾ ਗੁਰਬਾਣੀ ਦਾ ਸ਼ਬਦ ਪੜ੍ਹ ਕੇ ਗੁਰਬਾਣੀ ਦੇ ਸ਼ਬਦ ਨੂੰ ਆਪਣੇ ਹਿਰਦੇ ਘਰ ਵਿੱਚ ਵਸਾ ਕੇ ਉਹਦੀ ਵਿਚਾਰ ਕਰਕੇ ਉਹਦੇ ਅਨੁਸਾਰ ਚੱਲਦਾ ਹੈ। ਜਿਸ ਤਰ੍ਹਾਂ ਇਸ ਭੋਏ ਸਥਾਨ ਦੇ ਉੱਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਬੈਠ ਕਰਕੇ ਸੰਗਤਾਂ ਨੂੰ ਉਪਦੇਸ਼ ਕਰ ਰਹੇ ਨੇ, ਨਾਲੇ ਕੀਰਤਨ ਹੋ ਰਿਹਾ ਏ, ਨਾਲੇ ਇੱਥੋਂ ਦਾ ਮਹਾਤਮ ਦੱਸ ਰਹੇ ਨੇ ਕਿ ਲੋਕ ਕਿਉਂ ਇੱਥੋਂ ਦੇ ਸਥਾਨਾਂ ਦੀ ਮਹਾਨਤਾ ਕਰਦੇ ਨੇ, ਕਿਉਂ ਮੰਨਦੇ ਨੇ, ਤੇ ਨਾਲੇ ਦਰਸਾ ਰਹੇ ਨੇ ਕਿ ਭਾਈ ਇਹਨਾਂ ਇਸ਼ਨਾਨਾਂ ਦਾ, ਇਹਨਾਂ ਯਾਤਰਾਵਾਂ ਦਾ ਤਾਂ ਹੀ ਫਲ ਹੈ ਜੇ ਅਸੀਂ ਗੁਰੂ ਦੀ ਗੱਲ ਮੰਨ ਕੇ ਗੁਰੂ ਦੇ ਕਹੇ ਆਸ਼ੇ ਅਨੁਸਾਰ ਚੱਲਾਂਗੇ ਜੀ। ਸੰਗਤ ਭਈ ਹਰਖ ਕਰ ਨਮੋ। ਇਸ ਤਰ੍ਹਾਂ ਫਿਰ ਸੰਗਤ ਨੇ ਬੜੇ ਪਿਆਰ ਦੇ ਨਾਲ ਨਮਸਕਾਰ ਕੀਤੀ ਹੈ। ਰੋਸਤੇ ਮੱਜੇ ਤੇ ਸਮੋ। ਤੇ ਸਾਰੇ ਇਸ ਸਰਸਵਤੀ ਨਦੀ ਦੇ ਕੋਲ ਬੈਠੇ ਹਨ ਜੀ। ਸ੍ਰੀ ਗੁਰੂ ਅਮਰ ਕੀਨ ਇਸ਼ਨਾਨ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਣੇ ਤਨ ਨੂੰ ਸਵੱਛ ਕਰਨ ਵਾਸਤੇ ਇਸ਼ਨਾਨ ਕੀਤਾ ਹੈ ਜੀ। ਮਿਲੇ ਵਿਪਰ ਤਿਨ ਦੀਨ ਸਦਾਨ। ਤੇ ਜਿਹੜੇ ਉੱਥੇ ਬ੍ਰਾਹਮਣ ਆਏ ਸਨ ਉਹਨਾਂ ਨੂੰ ਦਾਨ ਵੀ ਕੀਤਾ। ਗੱਲ ਇਹ ਨਹੀਂ ਕਿ ਗੁਰੂ ਸਾਹਿਬ ਦਾਨ ਕਿਉਂ ਕੀਤਾ, ਕਿਉਂਕਿ ਜਿਹੜੇ ਗਰੀਬ ਲੋਕ ਆਏ ਸਨ, ਗੁਰੂ ਘਰ ਦੀ ਇਹ ਰੀਤੀ ਹੈ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ। ਅੱਜ ਵੀ ਅਸੀਂ ਜਿਹੜੇ ਲੋੜਵੰਦ ਲੋਕ ਨੇ ਉਹਨਾਂ ਦੀ ਮਦਦ ਕਰਦੇ ਹਾਂ। ਗੁਰੂ ਸਾਹਿਬ ਨੇ ਵੀ ਇਸ ਸਥਾਨ ਦੇ ਉੱਤੇ ਜਿਹੜੇ ਗਰੀਬ ਲੋੜਵੰਦ ਜਿਹੜੇ ਸਨ ਬ੍ਰਾਹਮਣ ਉਹ ਆਏ ਸਨ, ਉਹਨਾਂ ਨੂੰ ਦਾਨ ਦਿੱਤਾ ਹੈ ਜੀ। ਏਕ ਨਿਸਾ ਬਸਤਾਂ ਬਤਾਏ। ਇੱਕ ਜਿਹੜਾ ਵਾ ਉਹ ਏਕ ਨਿਸਾ ਬਸ ਤਹਾਂ ਬਿਤਾਈ, ਭਾਵ ਕੁਝ ਸਮਾਂ ਜਿਹੜਾ ਵਾ ਇੱਥੇ ਸਤਿਗੁਰੂ ਜੀ ਨੇ ਬਤੀਤ ਕੀਤਾ ਹੈ ਜੀ। ਉਠੇ ਪ੍ਰਾਤ ਕੀਰਤਨ ਧੁਨ ਗਾਏ। ਫਿਰ ਰਾਤ ਬਤੀਤ ਹੋਈ ਤੇ ਸਵੇਰੇ ਉੱਠ ਕੇ ਸਤਿਗੁਰੂ ਜੀ ਨੇ ਕੀਰਤਨ ਗਾਇਨ ਕੀਤਾ ਹੈ ਜੀ। ਕਰ ਸਨਾਨ ਸੁਖ ਮਾਨ ਕਨੇਰਾ। ਤੇ ਫਿਰ ਇਸ਼ਨਾਨ ਕਰਕੇ ਸਤਿਗੁਰੂ ਨੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਹੈ ਜੀ। ਕਰੇ ਅਕੂਚ ਪੁੰਨ ਆਗੇ ਡੇਰਾ। ਤੇ ਇਸੇ ਤਰ੍ਹਾਂ ਫਿਰ ਸਤਿਗੁਰੂ ਜੀ ਨੇ ਆਪਣੀਆਂ ਸੰਗਤਾਂ ਦੇ ਨਾਲ ਅੱਗੇ ਨੂੰ ਜਿਹੜਾ ਸੀ ਉਹ ਕੂਚ ਕੀਤਾ ਹੈ ਅਗਲੇ ਪੜਾਅ ਨੂੰ ਜੀ। ਸੋ ਸਤਿਗੁਰੂ ਨੇ ਰਹਿਮਤ ਕੀਤੀ ਹੈ। ਅੱਜ ਦੇ ਪਾਵਨ ਇਤਿਹਾਸ ਦੀ ਵਿਚਾਰ ਦਾਸਰੇ ਕੋਲੋਂ ਸਤਿਗੁਰੂ ਨੇ ਰਹਿਮਤ ਕਰਕੇ ਲਈ ਹੈ ਜੀ। ਗੁਰੂ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਨੇ ਆਪਣੇ ਪਾਵਨ ਸਥਾਨ 'ਤੇ ਬੜੀ ਰਹਿਮਤ ਕਰਕੇ, ਇਹ ਕਿਰਪਾ ਕਰਕੇ ਸਤਿਗੁਰੂ ਨੇ ਆਪ ਰਹਿਮਤ ਕੀਤੀ ਤੇ ਇਹ ਸੇਵਾ ਲਈ ਹੈ। ਸਮੁੱਚੀ ਪ੍ਰਬੰਧਕ ਕਮੇਟੀ ਦਾ ਅਤੇ ਸਮੂਹ ਗੁਰੂ ਘਰ ਦੇ ਵਜ਼ੀਰ ਸਾਹਿਬਾਨ, ਸਮੁੱਚੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ। ਗੁਰੂ ਸਾਹਿਬ ਕਿਰਪਾ ਕਰਨ। ਇਸੇ ਤਰ੍ਹਾਂ ਹੀ ਅਸੀਂ ਮਿਲ ਜੁੜ ਬੈਠ ਕੇ ਇਤਿਹਾਸ ਦੀ ਕਥਾ ਜਿਹੜੀ ਸਰਵਣ ਕਰੀਏ, ਆਪਣੇ ਇਤਿਹਾਸ ਤੋਂ ਕੁਝ ਸਿੱਖੀਏ, ਆਪਣੇ ਜੀਵਨ ਨੂੰ ਜਿਹੜਾ ਹੈ ਉਹ ਗੁਰੂ ਆਸ਼ੇ ਵਾਲਾ ਬਣਾਈਏ ਜੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਆਓ ਅਖੀਰ ਪੰਕਤੀ ਪੜ੍ਹ ਕੇ ਸਮਾਪਤੀ ਕਰੀਏ ਜੀ। ਏਕ ਦਿਸਾ ਬਸ ਤਹਾਂ ਬਤਾਏ। ਉਠੇ ਪ੍ਰਾਤ ਕੀਰਤਨ ਧੁਨ ਗਾਏ। ਕਰ ਇਸ਼ਨਾਨ ਸੁਖ ਮਾਨ ਕਨੇਰਾ। ਕਰਿਓ ਕੂਚ ਪੁੰਨ ਆਗੇ ਡੇਰਾ। ਕਰ ਇਸ਼ਨਾਨ ਸੁਖ ਮਾਨ ਕਨੇਰਾ। ਕਰਿਓ ਕੂਚ ਪੁੰਨ ਆਗੇ ਡੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਮੁੰਦ ਸਾਗਰ ਨਿਰਭਰਿਆ ਤੇ ਅਵਗੁਣ ਹਮਾਰੇ ਦਇਆ ਕਰੋ ਕਿਸ ਮੇਰੇ ਉਪਾਰ ਡੋਬ ਦੇ ਪੱਥਰ ਤਾਰੇ ਰਾਮਈਆ ਹਾਂ ਬਾਲਕ ਤੇਰਾ ਕਾਹੇ ਨਾ ਖੰਡਸ ਆਵਗਣ ਮੇਰਾ ਸੁਤ ਅਪਰਾਧ